ਗੁਰੂ ਵਾਹਿਗੁਰੂ। ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੀ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਦੋਹਰਾ ਪੰਥ ਖਾਲਸਾ ਉਤਪਤ ਹੋਵਾ ਤੁਰਕ ਪ੍ਰਤਾਪ ਉਲਟ ਬਚ ਖੋਵਾ ਏ ਤੁਮ ਕਹੋ ਭਲ ਕੈ ਬੁਰੀ ਸੁਣਤ ਕੌਲ ਤਬ ਤੂਸ਼ਨ ਧਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਪਿਛਲੇ ਦਿਨੀ ਵਿਚਾਰਾਂ ਕਰ ਰਹੇ ਸੀ ਜਦੋਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਢਲਮਾ ਪਹੁੰਚੇ ਤੇ ਉੱਥੇ ਪ੍ਰਿਥੀ ਚੰਦ ਦੇ ਅੰਸ਼ ਵੰਸ਼ ਦੇ ਇਸ ਵੇਲੇ ਜਿਹੜੇ ਹਨ ਕੌਲ ਰਾਏ ਜੀ ਰਹਿੰਦੇ ਆ, ਉਹਨਾਂ ਨਾਲ ਕਾਫੀ ਗੱਲਾਂ ਬਾਤਾਂ ਹੋਈਆਂ। ਤੇ ਜਿਸ ਵੇਲੇ ਪਾਤਸ਼ਾਹ ਜੀ ਨੇ ਇੱਕ ਪੰਕਤੀ ਨੂੰ ਉਚਾਰਨ ਕੀਤਾ ਤੇ ਨਾਲੇ ਨੀਲਾ ਬਾਣਾ ਅਗਨ ਭੇਟ ਕੀਤਾ, ਕਹਿ ਰਹੇ ਹਨ ਤੁਰਕ ਪਠਾਣੀ ਅਮਲ ਗਿਆ, ਨੀਲ ਬਸਤਰ ਲੈ ਕੱਪੜੇ ਫਾਰੇ ਤੁਰਕ ਪਠਾਣੀ ਅਮਲ ਗਿਆ। ਇਸ ਬਚਨ ਤੇ ਕੌਲ ਰਾਏ ਨੇ ਤਰਕ ਕੀਤਾ ਵੀ ਐ ਕਿਉਂ ਕਿਹਾ, ਬਾਣੀ ਵਿੱਚ ਤਾਂ ਹੋਰੋਂ ਲਿਖਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੁਣ ਇਹ ਉਲਟਾਉਣਾ ਹੀ ਸੀਗਾ। ਜਦੋਂ ਇਹਨਾਂ ਨੂੰ ਰਾਜ ਦਿੱਤਾ ਸੀ ਤੁਰਕਾਂ ਨੂੰ, ਉਦੋਂ ਬਚਨ ਬੋਲਿਆ ਸੀਗਾ ਤੇ ਜਦੋਂ ਹੁਣ ਖਤਮ ਕਰਨਾ ਇਹਨਾਂ ਤੋਂ ਰਾਜ ਵਾਪਸ ਲੈਣਾ, ਜਿਹਦੇ ਵਾਸਤੇ ਸਾਨੂੰ 7 ਸੀਸ ਵੀ ਲਾਉਣੇ ਪਏ, ਸਾਰਾ ਸਰਵੰਸ ਵਾਰ ਦਿੱਤਾ, ਅਸੀਂ ਆਨੰਦਪੁਰ ਲਟਾ ਦਿੱਤਾ, ਹਜੇ ਵੀ ਅਸੀਂ ਇਸ ਨੂੰ ਖਤਮ ਨਹੀਂ ਕਰ ਸਕਦੇ। ਪਾਤਸ਼ਾਹ ਬਾਬੇ ਨਾਨਕ ਨੇ ਬੋਲਿਆ ਸੀ ਨੀਲ ਮਰਨ ਲੈ ਬਸਤਰ ਪਹਿਰੇ ਤੁਰਕ ਪਠਾਣੀ ਅਮਲ ਕੀਆ। ਤੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸ਼ਬਦ ਨੂੰ ਉਲਟਾ ਕੇ ਤੁਰਕਾਂ ਦਾ ਰਾਜ ਖਤਮ ਕੀਤਾ ਹੈ। ਤੇ ਕੌਲ ਰਾਏ ਨੂੰ ਸਮਝ ਨਹੀਂ ਆਈ, ਉਹਨੇ ਤਰਕ ਕੀਤਾ ਵੀ ਤੁਸੀਂ ਬਚਨ ਉਲਟਾਤਾ, ਰਾਮ ਰਾਏ ਨੇ ਉਲਟਾਇਆ ਸੀ, ਉਹਨੂੰ ਪਾਤਸ਼ਾਹ ਨੇ ਤਿਆਗ ਦਿੱਤਾ, ਤੁਸੀਂ ਇਹ ਗਲਤ ਕੀਤਾ। ਪਾਤਸ਼ਾਹ ਕਹਿੰਦੇ ਗਲਤ ਨਹੀਂ ਕੀਤਾ, ਅਸੀਂ ਇਸ ਕਰਕੇ ਕੀਤਾ। ਫਿਰ ਸਮਝ ਗਿਆ। ਪਾਤਸ਼ਾਹ ਕਹਿੰਦੇ ਹੁਣ ਸਾਡਾ ਖਾਲਸਾ ਪੰਥ ਉਤਪਤ ਹੋ ਗਿਆ ਹੈ, ਤੁਰਕਾਂ ਦਾ ਪ੍ਰਤਾਪ ਖਤਮ ਹੋ ਜਾਵੇਗਾ, ਉਲਟ ਬਚ ਖੋਵਾ। ਜਿਹੜਾ ਬਚਨ ਉਲਟਾਇਆ ਇਸੇ ਕਰਕੇ ਤਾਂ ਤੁਰਕਾਂ ਦਾ ਰਾਜ ਖਤਮ ਹੋਵੇਗਾ। ਮੇਰੇ ਪ੍ਰੀਤਮ ਜੀ ਕੌਲ ਰਾਏ ਨੂੰ ਇਉਂ ਦੀਆਂ ਵਿਚਾਰਾਂ ਸਮਝਾ ਕਰਕੇ ਫਿਰ ਇੱਥੋਂ ਕਿਹੜੇ ਪਾਸੇ ਜਾਂਦੇ ਆ, ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਪੰਥ ਖਾਲਸਾ ਉਤਪਤ ਹੋਵਾ, ਤੁਰਕ ਪ੍ਰਤਾਪ ਉਲਟ ਬਚ ਖੋਵਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੌਲ ਰਾਈ ਅਸੀਂ ਖਾਲਸਾ ਪੰਥ ਇਸੇ ਕਰਕੇ ਪੈਦਾ ਕੀਤਾ ਹੈ, ਜਿਸ ਨੇ ਇਹ ਤੁਰਕਾਂ ਦਾ ਪ੍ਰਤਾਪ ਜਿਹੜਾ ਇਹ ਖਤਮ ਕਰਨਾ ਹੈ ਤੇ ਨਾਲ ਸਾਡੇ ਇਹਨਾਂ ਬਚਨਾਂ ਨੇ ਵੀ ਕਿਰਪਾ ਕਰਨੀ ਹੈ। ਜਿਹੜੇ ਬਚਨ ਉਲਟਾ ਕੇ ਅਸੀਂ ਬੋਲੇ ਹਨ, ਇਉਂ ਤੁਰਕਾਂ ਦਾ ਪ੍ਰਤਾਪ ਤੇ ਉਹਨਾਂ ਦਾ ਰਾਜ ਖਤਮ ਹੋ, ਕਿਉਂਕਿ ਉਹਨਾਂ ਦਾ ਜ਼ੁਲਮ ਦਾ ਰਾਜ ਸੀਗਾ। ਚੰਗਾ ਰਾਜ ਨੂੰ ਤਾਂ ਪਾਤਸ਼ਾਹ ਵੀ ਚੰਗਾ ਸਮਝਦੇ ਆ, ਪਰ ਜ਼ੁਲਮ ਤੇ ਉਤਰੇ ਆਏ ਸੀ। ਇਸ ਕਰਕੇ ਜਿਹੜੀ ਦਾਤ ਬਾਬੇ ਨਾਨਕ ਨੇ ਦਿੱਤੀ ਸੀ ਉਹ 10ਵੇਂ ਜਾਮੇ ਵਾਪਸ ਲੈ ਲਈ। ਬਾਬੇ ਨਾਨਕ ਦਾ ਬਚਨ ਵੀ ਪੂਰਾ ਕੀਤਾ। ਜਦ ਮਰਦਾਨਾ ਜੀ ਨੇ ਪੁੱਛਿਆ ਮਹਾਰਾਜ ਐਸਾ ਬਚਨ ਕਿਉਂ ਬੋਲਿਆ, ਤੁਸੀਂ ਜਿਹੜਾ ਹੈ ਇਹਨਾਂ ਨੂੰ ਰਾਜ ਦੇ ਦਿੱਤਾ, ਤੁਰਕਾਂ ਨੂੰ ਬਾਬਾ ਨੂੰ ਰਾਜ ਦੇ ਦਿੱਤਾ 7 ਕੁਲਾਂ ਦਾ। ਕਹਿੰਦੇ ਹਾਂ। ਤੇ ਫਿਰ ਸਿੱਖਾਂ ਵਾਸਤੇ ਕੀ ਰੱਖਿਆ? ਕਹਿੰਦੇ ਹੁਣ ਤਾਂ 7 ਸੀਸ ਲਾ ਕੇ ਲੈਣਾ ਪਊਗਾ। ਤੇ ਉਹ 7 ਸੀਸ 10ਵੇਂ ਜਾਮੇ ਵਿੱਚ ਲੱਗੇ ਆ। ਸਤਿਗੁਰਾਂ ਦੇ ਮਾਤਾ ਪਿਤਾ ਚਾਰੇ ਸਾਹਿਬਜ਼ਾਦੇ ਤੇ ਆਪਣਾ ਸਾਰਾ ਜੀਵਨ ਉਹਨਾਂ ਨੇ ਇਸ ਖਾਲਸਾ ਪੰਥ ਨੂੰ ਸਾਜਣ ਵਾਸਤੇ, ਜ਼ੁਲਮ ਦੇ ਰਾਜ ਨੂੰ ਖਤਮ ਕਰਨ ਵਾਸਤੇ ਲਾਇਆ। ਖੈਰ ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ। ਇਉਂ ਕਹਿੰਦੇ ਸਤਿਗੁਰਾਂ ਨੇ ਕੌਲ ਰਾਏ ਨੂੰ ਗਿਆਨ ਦਿੱਤਾ ਹੈ ਜੀ। ਏ ਤੁਮ ਕਹੋ ਭਲੀ ਕੈ ਬੁਰੀ, ਸੁਣਤ ਕੌਲ ਤਬ ਤੂਸ਼ਨ ਧਰੀ। ਸਤਿਗੁਰੂ ਪਾਤਸ਼ਾਹ ਕਹਿੰਦੇ ਦੱਸ ਅਸੀਂ ਮਾੜਾ ਕੀਤਾ ਕਿ ਚੰਗਾ ਕੀਤਾ? ਜ਼ੁਲਮ ਦਾ ਰਾਜ ਖਤਮ ਕਰਨ ਵਾਸਤੇ ਅਸੀਂ ਬਚਨ ਕੀਤਾ ਹੈ ਤੇ ਸਤਿਗੁਰਾਂ ਦੇ ਬਚਨ ਅਟਲ ਹਨ। ਕਹਿੰਦੇ ਕੌਲ ਰਾਏ ਚੁੱਪ ਕਰ ਗਿਆ, ਉਹਨੂੰ ਕੋਈ ਗੱਲ ਨਹੀਂ ਆਈ ਮੁੜ ਕੇ। ਪਰ ਪੂਰਬ ਸਬਰਿ ਦੇ ਵਿਚਾਰਿਓ, ਇਨੋ ਜਥਾਰਥ ਬਾਕ ਉਚਾਰਿਓ। ਪਰ ਆਪਣੇ ਹਿਰਦੇ ਦੇ ਵਿੱਚ ਇਹ ਵਿਚਾਰਨ ਲੱਗਿਆ ਕਿ ਵਾਕਿਆ ਹੀ ਗੁਰੂ ਸਾਹਿਬ ਨੇ ਪਿਛਲਾ ਹਾਲ ਜਾਣ ਕੇ ਅੱਜ ਇਹ ਨਵਾਂ ਬਚਨ ਉਚਾਰਿਆ ਹੈ ਜੀ। ਮਾਰੇ ਉਪਕਾਰ ਹਿਤ ਕ੍ਰਿਤ ਐਸੇ, ਕੌਣ ਸਹੇ ਸੰਕਟ ਹਿਮ ਕੈਸੇ। ਵਾਕਿਆ ਹੀ ਦੁਨੀਆ ਦੇ ਭਲੇ ਵਾਸਤੇ ਆਪਣਾ ਸਾਰਾ ਪਰਿਵਾਰ ਜਿਹੜਾ ਵਾਰ ਦਿੱਤਾ, ਲਾ ਦਿੱਤਾ। ਆਪਣਾ ਵਿਗਾੜ ਬਿਰਾਨਾ ਸਾਂਢੇ ਆਪਦਾ ਵਿਗਾੜ ਕੇ ਵੀ ਸੰਸਾਰ ਦਾ ਭਲਾ ਕਰਨਾ ਚਾਹੁੰਦੇ ਹਨ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਹਨਾਂ ਦੇ ਵਰਗਾ ਫਿਰ ਦੁਨੀਆ 'ਚ ਹੋਰ ਕੌਣ ਹੈ ਜੀ। ਸਭ ਸੁਤ ਹਤਨ ਸਮਾਜ ਲੁਟਾਵਨਾ, ਕੌਣ ਕਰੇ ਇਹ ਤੋ ਦੁਖ ਪਾਵਨਾ। ਔਰ ਜਿਨ੍ਹਾਂ ਨੇ ਸਾਰਾ ਸਮਾਜ ਸਭ ਕੁਝ ਲੁਟਾ ਦਿੱਤਾ, ਸਾਰਾ ਪਰਿਵਾਰ ਲੁਟਾ ਦਿੱਤਾ ਹੈ ਜੀ। ਏ ਬਰ ਵੀਰ ਧੀਰ ਬੜ ਧਾਰੀ, ਦੇ ਸਰਬੰਸ ਪ੍ਰੀਤ ਹਾਰੀ। ਇੰਨੇ ਦੁੱਖਾਂ ਨੂੰ ਆਪਣੇ ਸੀਸ ਤੇ ਕੌਣ ਝੱਲ ਸਕਦਾ ਹੈ, ਜਿਨ੍ਹਾਂ ਨੇ ਆਪਣਾ ਸਰਵੰਸ ਵਾਰਤਾ, ਆਨੰਦਪੁਰ ਲੁਟਾ ਦਿੱਤਾ। ਇਹ ਵੱਡਾ ਵੀਰ ਯੋਧਾ ਵੀ ਹੈ ਤੇ ਧੀਰ ਜਵਾਨ ਵੀ ਹੈ, ਜਿਸ ਨੇ ਸਰਵੰਸ ਵਾਰ ਕੇ ਪਰਮੇਸ਼ਰ ਨਾਲ ਪ੍ਰੀਤੀ ਪਾਈ ਹੈ। ਤੁਰਕ ਤਮ ਕੀ ਜਰਾ ਉਕਾਰੀ, ਜਿਨ ਪਾਤਸ਼ਾਹਤ ਜਗਤ ਸੰਭਾਰੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਨੇ ਤੁਰਕਾਂ ਦੇ ਰਾਜ ਦੀਆਂ, ਜ਼ੁਲਮ ਦੇ ਰਾਜ ਦੀਆਂ ਜੜ੍ਹਾਂ ਪਟੀਆਂ ਜੀ। ਇਨ ਕੀ ਕ੍ਰਿਤ ਸੋ ਇਨਹੁ ਬਨੈ, ਤਨ ਹੋਨ ਜਗ ਮੈਂ ਇਨ ਭਨੈ। ਔਰ ਸੰਸਾਰ ਦਾ ਰਾਜ, ਜਗਤ ਦਾ ਰਾਜ ਜਿਹੜਾ ਹੈ ਉਹ ਆਪਣੇ ਹਿੰਦੁਸਤਾਨੀ ਲੋਕਾਂ ਨੂੰ ਦਿੱਤਾ ਹੈ, ਭਾਰਤ ਵਾਸੀਆਂ ਨੂੰ ਦਿੱਤਾ ਹੈ, ਖਾਲਸਾ ਪੰਥ ਨੂੰ ਦਿੱਤਾ ਹੈ। ਸਭ ਤੋਂ ਪਹਿਲਾਂ ਬੰਦਾ ਬਹਾਦਰ ਸਿੰਘ ਨੇ ਹੀ ਰਾਜ ਕਾਇਮ ਕੀਤਾ ਸੀ ਇਸ ਭਾਰਤ ਵਿੱਚ, ਤੇ ਉਸ ਤੋਂ ਬਾਅਦ ਰਣਜੀਤ ਸਿੰਘ ਵੀ ਰਾਜ ਕਰਦੇ ਰਹੇ। ਚਲੋ ਹੁਣ ਵੀ ਭਾਰਤ ਵਾਸੀਆਂ ਕੋਲ ਹੀ ਰਾਜ ਹੈ, ਭਾਵੇਂ ਕਿ ਅੱਜ ਉਹ ਵੀ ਜ਼ੁਲਮ ਤੇ ਉਤਰੇ ਹੋਏ ਆ ਸਮੇਂ ਸਮੇਂ ਤੇ। ਗੁਰੂ ਪਿਆਰਿਓ, ਇੱਕ ਸੰਸਾਰੀ ਬਚਨ ਹੈ, ਦੁਨੀਆ ਕਹਿੰਦੀ ਹੁੰਦੀ ਆ ਤਪੋ ਰਾਜ ਰਾਜੋ ਨਰਕ। ਕਿਸੇ ਨੂੰ ਤਪੱਸਿਆ ਕਰਕੇ ਰਾਜ ਮਿਲ ਜਾਂਦਾ ਹੈ, ਰਾਜ ਦੇ ਨਸ਼ੇ ਵਿੱਚ ਆ ਕੇ ਫਿਰ ਉਹ ਜ਼ੁਲਮ ਕਰਦਾ ਹੈ ਤੇ ਫਿਰ ਉਹ ਨਰਕਾਂ ਵਿੱਚ ਵੀ ਜਾਂਦਾ ਹੈ। ਪਰਮੇਸ਼ਰ ਦਾ ਕਾਨੂੰਨ ਬਦਲਦਾ ਨਹੀਂ। ਤੋ ਖੈਰ ਸਤਿਗੁਰਾਂ ਨੇ ਕਿਰਪਾ ਕੀਤੀ, ਭਾਰਤ ਵਾਸੀਆਂ ਨੂੰ ਉਹ ਰਾਜ ਲੈ ਦਿੱਤਾ ਹੈ। ਆਪਣਾ ਸਰਵੰਸ ਵਾਰ ਕੇ ਤੁਰਕ ਰੂਪੀ ਜਿਹੜਾ ਹੈ ਰਾਜ ਸੀਗਾ ਗੁਰੂ ਪਿਆਰਿਓ, ਤੁਰਕਾਂ ਦਾ ਜ਼ੁਲਮ ਦਾ ਰਾਜ ਉਹ ਖਤਮ ਕੀਤਾ ਹੈ। ਕੇਤਕ ਵਸਤੂ ਸੰਗ ਗੁਰ, ਕੌਲ ਧਾਮ ਤਰਵਾਏ। ਤਾਂ ਫਿਰ ਮੇਰੇ ਪ੍ਰੀਤਮ ਜੀ ਇੱਥੋਂ ਜਾਣ ਲੱਗੇ ਹਨ ਤੇ ਅੱਜ ਕੌਲ ਰਾਏ ਨੂੰ ਆਪਣੇ ਕੋਲੋਂ ਕੁਝ ਕੀਮਤੀ ਵਸਤੂਆਂ ਜਿਹੜੀਆਂ ਨਿਸ਼ਾਨੀ ਤੌਰ ਤੇ ਦੇ ਕੇ ਗਏ, ਔਰ ਕੌਲ ਰਾਏ ਨੇ ਆਪਣੇ ਕੋਲ ਸੰਭਾਲ ਕੇ ਰੱਖੀਆਂ, ਜੋ ਅੱਜ ਵੀ ਢਿਲਮਾ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਸੋਢੀਆਂ ਹੈ ਕੌਲ ਰਾਏ ਦੇ ਨਾਂ ਤੇ। ਉੱਥੇ ਉਹ ਸਾਰੀਆਂ ਪੁਰਾਣੀਆਂ ਵਸਤੂਆਂ, ਸਤਿਗੁਰਾਂ ਦੀਆਂ ਹੱਥਾਂ ਦੀਆਂ ਨਿਸ਼ਾਨੀਆਂ, ਕੁਝ ਗ੍ਰੰਥ ਤੇ ਕੁਝ ਹੋਰ ਚੀਜ਼ਾਂ ਉੱਥੇ
ਰੱਖੀਆਂ ਹੋਈਆਂ ਹਨ। ਕਰਿਓ ਕੂਚ ਡੇਰਾ ਤਬੈ ਚੜੇ ਸਿੰਘ ਸਮਦਾਏ। ਔਰ ਇਥੋਂ ਮੇਰੇ ਪ੍ਰੀਤਮ ਜੀ ਸਿੰਘਾਂ ਨੂੰ ਕਹਿੰਦੇ ਚਲੋ ਵੀ ਚੱਲੀਏ, ਤਿਆਰੀ ਕਰੋ। ਸਿੰਘਾਂ ਨੇ ਘੋੜਿਆਂ ਤੇ ਕਾਠੀਆਂ ਪਾਈਆਂ, ਚਾਲੇ ਪਾਉਂਦੇ ਹਨ। ਚੌਪਈ ਸਹਿਜ ਸੁਭਾਇਕ ਵਿਚਰਤ ਚਲੇ ਕਹਮ ਅਖੀਰ ਖੇਲ ਤੇ ਭਲੇ। ਇਸ ਤਰ੍ਹਾਂ ਸਹਿਜ ਸੁਭਾਇਕ ਚਲੇ ਜਾ ਰਹੇ ਹਨ, ਤੁਰੇ ਜਾ ਰਹੇ ਹਨ। ਕਿਤੇ ਜੰਗਲ ਆ ਜਾਂਦਾ, ਸ਼ਿਕਾਰ ਵੀ ਖੇਡਦੇ ਹਨ। ਕਰਤ ਕਵਾਇਦ ਸ਼ਾਸਤਰਨ ਕੀਰੀ ਸਣੇ ਸਮਣੇ ਗਿਨ ਮੇ ਕਿਸ ਬੇਰੀ। ਕਵਾਇਦ ਹੁੰਦਾ ਸ਼ਸਤਰਬਾਜੀ, ਗਤਕਾਬਾਜੀ, ਸ਼ਸਤਰਾਂ ਨੂੰ ਚਲਾਉਂਦੇ, ਕਦੇ ਬੰਦੂਕ, ਕਦੇ ਗੁਰੂ ਪਿਆਰਿਓ ਤੀਰ ਕਮਾਨ ਦੇ ਨਾਲ ਤੀਰ ਚਲਾਉਂਦੇ ਆ। ਇਉਂ ਸ਼ਿਕਾਰ ਖੇਡਦੇ ਹੋਏ ਤੁਰੇ ਜਾ ਰਹੇ ਹਨ। ਕੀਤਕ ਕੋਸ ਚਲ ਗ੍ਰਾਮਨ ਆਇਓ ਪਿਕ ਬੈਰਾੜ ਸੰਗ ਫੁਰਮਾਇਓ। ਤਾਂ ਸਤਿਗੁਰੂ ਪਾਤਸ਼ਾਹ ਜੀ ਅਗਲੇ ਪਿੰਡ ਵਿੱਚ ਪਹੁੰਚ ਗਏ ਚਲਦੇ ਚਲਦੇ, ਤੇ ਨਾਲ ਬਰਾੜਾਂ ਦੀ ਫੌਜ ਹੈ ਸਤਿਗੁਰਾਂ ਦੇ। ਤੇ ਸਤਿਗੁਰੂ ਪਾਤਸ਼ਾਹ ਜੀ ਬਰਾੜਾਂ ਨੂੰ, ਉਸ ਫੌਜ ਨੂੰ, ਕਿਉਂਕਿ ਉਹ ਇਸ ਮਾਲਵੇ ਦੇ ਨੇ, ਇਸ ਕਰਕੇ ਉਹਨਾਂ ਨੂੰ ਪੁੱਛਦੇ ਆ। ਕਹਿੰਦੇ ਬਰਾੜੋ ਕਹਾ ਗ੍ਰਾਮ ਕੋ ਨਾਮ ਬਖਾਨੋ ਤੁਮਿਤ ਰਹੋ ਭੇਦ ਸਭ ਜਾਨੋ। ਤੁਸੀਂ ਇਸ ਇਲਾਕੇ ਦੇ ਹੋ ਬਰਾੜੋ, ਤੁਸੀਂ ਤਾਂ ਸਾਰਾ ਜਾਣਦੇ ਹੋਵੋਗੇ। ਆ ਜਿਹੜਾ ਪਿੰਡ ਆ ਗਿਆ ਇਹਦਾ ਕੀ ਨਾਮ ਹੈ? ਤਬ ਬਰਾੜ ਕਹਿਓ ਕੀ ਗ੍ਰਾਮੋ ਚਾਰ ਕਚੂੰਗੀ ਬੇਬਸ ਧਾਮੋ। ਬਰਾੜ ਅੱਗੋਂ ਕਹਿੰਦੇ ਚਾਰ ਝੁਗੜੀਆਂ ਪਾਈਆਂ, ਇਹ ਕਿਹੜਾ ਪਿੰਡ ਆ? ਕਹੋ ਸਤਨਾਮ ਸਿੰਘ। ਚਾਰ ਕਝੁੰਗੀ ਭਾਵ ਚਾਰ ਝੌਂਪੜੀਆਂ ਮਹਾਰਾਜ, ਇਹ ਕਿਹੜਾ ਪਿੰਡ ਹੈ? ਕਹਾ ਨਾਮ ਇਸ ਕੋ ਕਛ ਹੋਏ ਕੋ ਸੁਨ ਕਹਾ ਬਖਾਨੇ ਕੋਏ। ਇਹਦਾ ਕੀ ਇਸ ਪਿੰਡ ਦਾ ਨਾਮ ਧਰੀਏ? ਚਾਰ ਝੌਂਪੜੀਆਂ ਹਨ ਇੱਥੇ ਮਹਾਰਾਜ, ਤੇ ਕੀ ਕਿਸੇ ਨੂੰ ਦਸੀਏ ਪਿੰਡ ਦਾ ਨਾਮ? ਸ਼੍ਰੀ ਮੁਖ ਕਹਿਓ ਨਾ ਕਹੋ ਇਸ ਰੀਤ ਕਿਤਕ ਸਮਾ ਜਬ ਹੋਏ ਬਤੀਤ। ਬਾਦਸ਼ਾਹ ਕਹਿੰਦੇ ਐ ਨਾ ਕਹੋ, ਐ ਨਾ ਕਹੋ, ਸਮਾਂ ਬਤੀਤ ਹੋਣ ਤੇ। ਬਸੇ ਗ੍ਰਾਮ ਦੀਰਘ ਸਥਾਨ ਉਪਜੇ ਸਿੰਘ ਸੋ ਵੀਰ ਮਹਾਨ। ਆਉਣ ਵਾਲੇ ਸਮੇਂ ਜਿੱਥੇ ਬਹੁਤ ਵੱਡਾ ਪਿੰਡ ਵਸ ਜਾਣਾ ਹੈ, ਔਰ ਇੱਥੇ ਜਿਹੜੇ ਬੱਚੇ ਪੈਦਾ ਹੋਣੇ ਆ ਉਹ ਯੋਧੇ ਹੋਣਗੇ, ਸਿੰਘ ਹੋਣਗੇ। ਆਗੇ ਤਾਲੋ ਤਾਂਗੇ ਕੇ ਆਇਓ ਤਾਹਾ ਅਰੂੜ ਤੁਰੰਗ ਟਿਕਾਇਓ। ਔਰ ਇਥੋਂ ਪਾਤਸ਼ਾਹ ਜੀ ਅੱਗੇ ਚੱਲੇ, ਉੱਚਾ ਥਾਂ ਆ ਗਿਆ, ਉਹ ਤੰਗ ਹੁੰਦਾ ਟਿੱਬਾ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇੱਕ ਉੱਚੇ ਥਾਂ ਤੇ ਰੁਕੇ ਹਨ, ਆਪਣਾ ਘੋੜਾ ਰੋਕਿਆ ਹੈ ਜੀ। ਤੀਚਨ ਤੀਰ ਨਿਖੰਗ ਨਿਕਾਰੇ ਸੰਦ ਕੋ ਦੰਡ ਲੱਛ ਬਿਕ ਮਾਰੇ। ਔਰ ਉੱਚੇ ਥਾਂ ਤੇ ਖੜ ਕੇ ਪਾਤਸ਼ਾਹ ਜੀ ਨੇ ਘੋੜਾ ਰੋਕਿਆ ਤੇ ਮੋਢੇ ਤੋਂ ਕਮਾਨ ਲਾਇਆ, ਔਰ ਆਪਣੇ ਪੱਥੇ ਵਿੱਚੋਂ ਤੀਰ ਕੱਢਿਆ। ਕੀ ਨਿਸ਼ਾਨਾ ਰੱਖਿਆ ਹੈ? ਕੀਤਕ ਬਾਣ ਚਲਾਵਨ ਕਰੇ ਆਏ ਗ੍ਰਾਮ ਡਿਗ ਸਤਗੁਰ ਥਿਰੇ। ਇਸ ਤਰ੍ਹਾਂ ਉਹ ਟਿੱਬੇ ਤੇ ਖੜ ਕੇ ਸਤਿਗੁਰਾਂ ਨੇ ਕੀ ਕੌਤਕ ਕੀਤਾ ਹੈ ਉਹਦੀਆਂ ਉਹ ਜਾਣਨ ਅੱਗੇ ਸਮਝ ਆਊਗੀ। ਕਹਿੰਦੇ ਸਤਿਗੁਰਾਂ ਨੇ ਕਈ ਤੀਰ ਚਲਾਏ ਉਹ ਟਿੱਬੇ ਤੋਂ, ਤੇ ਉਸ ਤੋਂ ਬਾਅਦ ਅਗਲੇ ਪਿੰਡ ਦੇ ਨੇੜੇ ਪਹੁੰਚਦੇ ਹਨ। ਏਤ ਰਾਤ ਬਸ ਚੜੇ ਅਖੀਰਾ ਇਤੁਤ ਵਿਚਰੇ ਹੱਥ ਮ੍ਰਿਗ ਘੇਰਾ। ਔਰ ਇੱਕ ਰਾਤ ਉੱਥੇ ਕੱਟੀ ਹੈ ਤੇ ਸ਼ਿਕਾਰ ਵੀ ਖੇਡਿਆ ਹੈ, ਕੁਝ ਮਿਰਗਾਂ ਨੂੰ ਵੀ ਉਤਾਰ ਕੀਤਾ ਹੈ, ਮਾਰਨਾ ਕੀਤਾ ਹੈ ਜੀ। ਕੋਟਾ ਅਪਰਮ ਲੋਕਾ ਗ੍ਰਾਮੋ ਵਿੱਚ ਦੋਨੋਂ ਕੇ ਦੀਨ ਮੁਕਾਮੋ। ਤੇ ਇਹ ਜਿਹੜਾ ਪਿੰਡ ਸੀ ਜਿੱਤੇ ਪਾਤਸ਼ਾਹ ਰੁਕੇ ਆ ਨਾ, ਇਹ ਕੋਠੇ ਤੇ ਮਲੂਕੇ ਦੇ ਵਿਚਾਲੇ ਜਗ੍ਹਾ ਸੀਗੀ। ਉਦੋਂ ਕੇਵਲ ਟਿੱਬਾ ਸੀ, ਹੁਣ ਕੋਈ ਉੱਥੇ ਪਿੰਡ ਵਸ ਗਿਆ ਹੋਣਾ, ਗੁਰੂ ਸਾਹਿਬ ਦਾ ਹੁਕਮ ਆ। ਤਾਂ ਉੱਥੋਂ ਪਾਤਸ਼ਾਹ ਨੇ ਤੀਰ ਚਲਾਏ ਸੀਗੇ। ਇਹ ਪਿੰਡ ਜਿਹੜਾ ਸੀਗਾ ਕੋਠੇ ਅਤੇ ਮਲੂਕੇ ਦੇ ਵਿਚਾਲੇ ਸੀ। ਸੁੰਦਰ ਤੰਬੂ ਦਿਓ ਲਗਾਏ ਉਤਰੇ ਸਿੰਘ ਚਹੁ ਦਿਸ ਆਏ। ਤੇ ਪਾਤਸ਼ਾਹ ਜੀ ਨੇ ਦੋਨਾਂ ਪਿੰਡਾਂ ਦੇ ਵਿਚਾਲੇ ਜਿੱਥੋਂ ਤੀਰ ਚਲਾਏ ਆ ਉੱਥੇ ਹੀ ਉਤਾਰਾ ਕੀਤਾ ਹੈ, ਪੜਾ ਕੀਤਾ ਹੈ ਜੀ। ਖਾਨ ਪਾਨ ਕਰ ਨਿਸ ਬਿਸਰਾਮੇ ਜਾਗਰਤ ਪੈ ਰਹੀ ਜਬ ਜਾਮੇ। ਔਰ ਗੁਰੂ ਪਿਆਰਿਓ ਇਸ ਤਰ੍ਹਾਂ ਫਿਰ ਸ਼ਾਮਾਂ ਪੈ ਗਈਆਂ, ਪ੍ਰਸ਼ਾਦਾ ਪਾਣੀ ਛਕਿਆ ਹੈ, ਆਰਾਮ ਕਰਦੇ ਹਨ। ਸੋਚ ਸਨਾਨ ਠਾਨ ਕਰ ਥਿਰੇ ਨਿਜ ਸਰੂਪ ਮੈਂ ਥਿਰਤਾ ਧਰੇ। ਔਰ ਦੂਜਾ ਦਿਨ ਚੜ੍ਹਦਾ ਹੈ, ਇਸ਼ਨਾਨ ਆਦਿ ਕਰਦੇ ਹਨ। ਸ਼ੌਚ ਕਹਿੰਦੇ ਆ ਬਾਹਰ ਅੰਦਰ ਜਾਣਾ ਤੇ ਫਿਰ ਇਸ਼ਨਾਨ ਕਰਨਾ ਜੀ। ਔਰ ਨਿਜ ਸਰੂਪ ਮੈਂ ਥਿਰਤਾ ਧਰੇ। ਇਹ ਨਿਜ ਸਰੂਪ ਦਾ ਜਿਹੜਾ ਗਿਆਨ ਆ ਨਾ, ਇਹ ਪਾਤਸ਼ਾਹ ਜੀ ਨੇ ਕਿਤੇ ਕਿਤੇ ਬਖਸ਼ਿਸ਼ ਕੀਤਾ, ਸਾਖੀਆਂ ਵਿੱਚ ਵੀ ਕਿਤੇ ਕਿਤੇ ਆਇਆ, ਆਪਾਂ ਸਾਂਝਾ ਵੀ ਕੀਤਾ। ਨਿਜ ਸਰੂਪ ਦਾ ਮਤਲਬ ਹੈ ਧਿਆਨ ਜੋੜਨਾ ਆਪਣੇ ਸਰੂਪ ਦੇ ਨਾਲ। ਅੰਮ੍ਰਿਤ ਵੇਲਾ ਝਾਰ ਕਰੇ ਜਬ ਏਕ ਦੀਵਾਨਾ ਆਵਤ ਭਾਤਬ। ਤਾਂ ਗੁਰੂ ਪਿਆਰਿਓ ਫਿਰ ਦਿਨ ਚੜ ਗਿਆ।
ਅੰਮ੍ਰਿਤ ਵੇਲਾ ਹੋ ਗਿਆ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਬਿਰਾਜਮਾਨ ਹਨ। ਇੱਕ ਦੀਵਾਨਾ ਭਾਵ ਮਸਤ ਜਾ ਮਨੁੱਖ ਹੈ ਕੋਈ, ਉਹ ਆਇਆ ਹੈ। ਸਿਰ ਮੁਖ ਸਾਗਰੋ ਮੁੰਡਨ ਕਰਿਓ, ਤੰਬੂ ਨਿਕਟ ਆਨ ਕਰ ਖਰਿਓ। ਔਰ ਜਿਸ ਦਾ ਸਿਰ ਵੀ ਘੋਣ ਮੋਣ ਹੈ, ਮੁੱਛਾਂ ਵੀ ਕੱਟੀਆਂ, ਦਾੜੀ ਵੀ ਕੱਟੀ ਹੈ, ਘੋਣ ਮੋਣ ਹੈ, ਸਤਿਗੁਰਾਂ ਦੇ ਤੰਬੂ ਕੋਲੇ ਆ ਕੇ ਕਹਿੰਦੇ ਖੜ ਗਿਆ। ਏ ਤੋ ਸੁਚੇਤੀ ਸਿੰਘ ਸ਼ਾਸਤਰ ਕਹੈ, ਖਰੋ ਤੋਤੈ ਸੰਗ ਬਾਕ ਕਹੈ। ਔਰ ਸਿੰਘ ਪਹਿਰੇ ਤੇ ਖੜੇ ਆ ਤੰਬੂ ਦੇ, ਉਹ ਪਹਿਰੇ ਤੇ ਖੜੇ ਹੋਏ ਸਿੰਘ ਸੁਚੇਤ ਹੋਏ, ਸ਼ਾਸਤਰ ਹੱਥ 'ਚ ਫੜਿਆ ਔਰ ਉਹਨੂੰ ਪੁੱਛਦੇ ਹਨ, ਗੁਰ ਕੇ ਨਿਕਟ ਅਬੇ ਮੈਂ ਜਾਉ, ਰਿਦੇ ਲਾਲਸਾ ਦਰਸ਼ਨ ਪਾਉ। ਹਾਂ ਬਈ ਕਿਵੇਂ ਆ, ਕਿਵੇਂ ਆਇਆ? ਕਹਿੰਦਾ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ, ਮੈਂ ਉਹਨਾਂ ਕੋਲੇ ਜਾਵਾਂ। ਕਹਿਓ ਸਿੰਘ ਨੇ ਆਪਣੇ ਸਮੋ, ਦਿਵਸ ਚੜੇ ਪਿਕ ਕੀਜੇ ਨਮੋ। ਤੇ ਸਿੰਘ ਕਹਿਣ ਲੱਗੇ ਆ ਜੋ ਪਹਿਰੇ ਤੇ ਖੜੇ ਹਨ, ਉਹ ਕਹਿੰਦੇ ਨਹੀਂ ਨਹੀਂ ਹਜੇ ਨਹੀਂ ਜਾਣਾ, ਹਜੇ ਟਾਈਮ ਨਹੀਂ ਹੈ। ਜੋ ਦਿਨ ਚੜ ਗਿਆ ਦੀਵਾਨ ਸਜਾਉਣਗੇ ਫਿਰ ਤੈਨੂੰ ਦਰਸ਼ਨ ਦੇਣਗੇ। ਕਹੇ ਦੀਵਾਨਾ ਮੈਂ ਅਬ ਜੈ ਹੋ, ਤੇਰੇ ਕਹੇ ਨਹੀਂ ਠਹਿਰੇ ਹੋ। ਉਹ ਮਸਤ ਜਾ ਕਹਿੰਦਾ ਮੈਂ ਤਾਂ ਹੁਣੇ ਜਾਣਾ, ਤੇਰੇ ਕਹੇ ਤੋਂ ਮੈਂ ਨਹੀਂ ਰੁਕਦਾਗਾ, ਮੈਂ ਤਾਂ ਹੁਣੇ ਹੀ ਜਾਊਂਗਾ। ਸਭ ਕੀ ਸਾਂਝੀ ਸਤਿਗੁਰ ਹੈ, ਤੂੰ ਮੁਝੋ ਕੁੱਤੋ ਹਟਾਇਓ ਚਾਹੈ। ਤੂੰ ਮੈਨੂੰ ਕਿਵੇਂ ਰੋਕ ਦੇਗਾ? ਗੁਰੂ ਸਭ ਦਾ ਸਾਂਝਾ ਹੈ। ਬਾਹਰ ਸਿੰਘ ਨੇ ਵਰਜਨ ਕਰਿਓ, ਆਪਣੇ ਰੰਗ ਵਿਖੇ ਗੁਰ ਥਿਰਿਓ। ਔਰ ਗੁਰੂ ਪਿਆਰੋ ਸਿੰਘ ਨੇ ਫੇਰ ਰੋਕਿਆ ਵੀ ਤੂੰ ਗਾਹਾਂ ਨਹੀਂ ਜਾ ਸਕਦਾ, ਹਜੇ ਗੁਰੂ ਆਪਣੀ ਮਸਤੀ 'ਚ ਬੈਠੇ ਆ, ਸਿਮਰਨ 'ਚ ਬੈਠੇ ਨੇ, ਆਪਣੇ ਰੰਗ ਵਿੱਚ ਰੰਗੇ ਹੋਏ ਨੇ, ਤੂੰ ਜਾ ਕੇ ਉਹਨਾਂ ਨੂੰ ਡਿਸਟਰਬ ਨਾ ਕਰ। ਕਿਉ ਮੂਰਖ ਮਤ ਕਰ ਹਟ ਗਹਿ, ਹਟ ਅਬ ਜਾਓ ਭਲਾ ਜੀ ਚਾਹੈ। ਔਰ ਸਿੰਘ ਗਰਮ ਹੋ ਗਿਆ, ਜਿਵੇਂ ਆ ਸਿੰਘ ਗਰਮ ਹੋ ਗਏ। ਪਤਾ ਨਹੀਂ ਕੌਣ ਸੀ ਮਾਈ ਕਹਿੰਦੀ ਮੈਂ ਗਾਹਾਂ ਜਾਣਾ ਜੰਗਲੇ ਤੋਂ। ਸਿੰਘਾਂ ਨੇ ਬੜਾ ਰੋਕਿਆ ਵੀ ਤੂੰ ਬਾਹਰ ਬੈਠ ਜਾ ਬੀਬੀ, ਬਾਹਰ ਬਹਿ ਕੇ ਬਾਣੀ ਪੜ੍ਹ ਲੈ। ਕਹਿੰਦੀ ਨਹੀਂ ਮੈਂ ਤਾਂ ਗਾਹਾਂ ਜਾਣਾ, ਕਹਿੰਦੀ ਦਰਸ਼ਨ ਕਰਨੇ ਆ। ਸਿੰਘਾਂ ਨੇ ਫਿਰ ਸਮਝਾਇਆ ਬਹੁਤ, ਚਲੋ ਹੁਣ ਸਰਕਾਰ ਸਮਝਾ ਦੂਗੀ ਉਸ ਨੂੰ। ਇਹ ਵੀ ਕਹਿੰਦਾ ਮੈਂ ਤਾਂ ਜਾਣਾ ਹੀ ਜਾਣਾ ਅੱਗੇ, ਮੈਂ ਤਾਂ ਮੈਨੂੰ ਰੋਕਣ ਵਾਲਾ ਹੁੰਦਾ ਕੌਣ ਹੈ ਤੂੰ? ਘਰੇ ਢੀਠਤਾ ਕਹਿ ਮਾਰ, ਕਹਿਓ ਨਾ ਸਮਝੇ ਮੰਦ ਗਵਾਰ। ਸਿੰਘ ਹੋਰ ਗਰਮ ਹੋ ਗਿਆ, ਕਹਿੰਦਾ ਓਏ ਮੂਰਖਾ, ਤੂੰ ਜਿੱਦ ਕਰਦਾ, ਢੀਠਪੁਣਾ ਕਰਦਾ। ਤੈਨੂੰ ਮੈਂ ਕਹਿ ਰਿਹਾ ਵੀ ਠਹਿਰ ਜਾ, ਦਿਨ ਚੜ ਜਾਣ ਦੇ, ਹਜੇ ਮੂਰਾ ਦਿਨ ਨਹੀਂ ਚੜਿਆ, ਦੀਵਾਨ ਸਜੂਗਾ ਫੇਰ ਤੂੰ ਦਰਸ਼ਨ ਕਰ ਲਈ। ਸੁਣਤ ਦੀਵਾਨੇ ਕ੍ਰੋਧ ਵਧਾਇਓ, ਮੂਸਲ ਮਾਰਨ ਹੇਤੁ ਉਠਾਇਓ। ਮੂਸਲ ਹੱਥ 'ਚ ਕੋਈ ਡੰਡਾ ਹੋਣਾ ਤੇ ਇਹਦੇ ਹੱਥ ਵਿੱਚ ਕੋਈ ਡੰਡਾ ਸੀ। ਕਹਿੰਦਾ ਮੈਂ ਤੇਰੇ ਮਾਰੂੰਗਾ, ਪਾਸੇ ਹੋ ਜਾ, ਮੈਂ ਜਾਣਾ ਗੁਰੂ ਕੋਲੇ। ਮੋਕੋ ਕੌਣ ਹਟਾਵਨ ਹਾਰੋ, ਵਰਜੇ ਮੂਸਲ ਖਹਿ ਭਾਰੋ। ਕਹਿੰਦਾ ਤੂੰ ਮੈਨੂੰ ਕਿਵੇਂ ਰੋਕ ਦੇਗਾ? ਮੈਂ ਤੇਰੇ ਡੰਡਾ ਮਾਰੂ। ਮੂਸਲ ਹੁੰਦਾ ਹੈਗਾ ਅਣਘੜਿਆ ਜਾਂ ਡੰਡਾ, ਇਹਨਾਂ ਸਾਧਾਂ ਕੋਲੇ ਹੁੰਦਾ ਕੁਝ। ਤਾਂ ਗੁਰੂ ਪਿਆਰੋ ਕਹਿੰਦਾ ਮੈਂ ਤੇਰੇ ਮੂਸਲ ਮਾਰੂ, ਡੰਡਾ ਮਾਰੂੰਗਾ, ਤੂੰ ਮੈਨੂੰ ਕੌਣ ਹੁੰਦਾ ਰੋਕਣ ਵਾਲਾ? ਇਮ ਕਹਿ ਤੰਬੂ ਦਿਸ਼ ਚਲ ਪਰਿਓ, ਕਹੇ ਸਿੰਘ ਤੂੰ ਹਟ ਰੋ ਖਰਿਓ। ਇਹਨਾਂ ਕਹਿ ਕੇ ਫੇਰ ਜਿੱਦ ਕਰਦਾ ਗਾਹਾਂ ਜਾਣ ਨੂੰ ਤੰਬੂ ਦੇ ਵੱਲ। ਆਗੇ ਹੋਏ ਸੋ ਲੱਗਿਓ ਹਟਾਵਨਾ, ਤਬ ਤਿਨ ਮੂਸਲ ਕੀਨ ਉਠਾਵਨਾ। ਸਿੰਘ ਨੇ ਫੇਰ ਅੱਗੇ ਹੋ ਕੇ ਰੋਕਿਆ, ਹੱਥ ਵਿੱਚ ਕਿਰਪਾਨ ਵੀ ਫੜੀ ਹੋਈ ਆ। ਕਹਿੰਦਾ ਰੁਕ ਜਾ ਤੂੰ, ਤੰਬੂ 'ਚ ਹਜੇ ਨਹੀਂ ਜਾਣ ਦਾ ਹੁਕਮ। ਮਾਰਨ ਲਾਗਿਓ ਸਿੰਘ ਨਿਹਾਰਾ, ਖੈਚ ਕਿਰਪਾਨ ਤੁਰਤ ਹੀ ਝਾਰਾ। ਤੇ ਜਦੋਂ ਗੁਰੂ ਪਿਆਰਿਓ ਉਹ ਸਿੰਘ ਦੇ ਸੋਟਾ ਮਾਰਨ ਲੱਗਿਆ ਤੇ ਸਿੰਘ ਨੇ ਤਲਵਾਰ ਚਲਾਤੀ ਫਿਰ ਖਿੱਚ ਕੇ, ਔਰ ਕਾਵਸ ਗੰਧ ਲਗਿਓ ਬਹੁ ਚੀਰਾ, ਗਿਰਿਓ ਬੇਸੁੱਧ ਹੈ ਤੁਰਤ ਸਰੀਰਾ। ਔਰ ਤਲਵਾਰ ਚਲਾਤੀ ਮੋਢੇ ਤੇ ਲੱਗੀ, ਮੋਢੇ ਤੇ ਜ਼ਖਮ ਹੋ ਗਿਆ, ਕੱਪੜਿਆਂ ਦੇ ਵਿੱਚ ਖੂਨ ਵਹਿ ਤੁਰਿਆ, ਕਾਫੀ ਡੂੰਘਾ ਜ਼ਖਮ ਹੋ ਗਿਆ ਤੇ ਬੇਹੋਸ਼ ਹੋ ਕੇ ਡਿੱਗ ਪਿਆ। ਪਰਿਓ ਰਹਿਓ ਤੂਸ਼ਨ ਮੁਖ ਪਹਿੋ, ਚਾਰ ਕਰੀ ਜਬ ਦਿਨ ਚੜ ਗਇਓ। ਉੱਥੇ ਪਿਆ ਲੰਮਾ ਜ਼ਖਮੀ ਹੋਇਆ, ਹੁਣ ਬੋਲਿਆ ਨਹੀਂ ਜਾਂਦਾ, ਬੇਹੋਸ਼ ਹੋ ਗਿਆ। 4 ਘੜੀਆਂ ਬਾਅਦ ਦਿਨ ਚੜ ਗਿਆ। ਬੋਲਿਓ ਬਾਕ ਜਬੇ ਸੁਧ ਪਾਈ, ਅਬ ਮੇਰੀ ਮ੍ਰਿਤੂ ਹੈ ਬਨਿਆਰੀ। ਤਾਂ ਹੁਣ ਜਦੋਂ ਹੋਸ਼ ਆਈ ਦਿਨ ਚੜੇ ਤੋਂ ਕਹਿੰਦਾ ਮੇਰੀ ਮੌਤ ਨੇੜੇ ਆਈ ਵੀ ਹੈ। ਗੁਰ ਦਰਸ਼ਨ ਕੋ ਦੇਹੁ ਕਰਾਈ, ਨਾਹਿ ਤਾ ਰਹੇ ਚਾਹ ਅਧਿਕਾਈ। ਕਹਿੰਦਾ ਮੈਨੂੰ ਮਰਨ ਤੋਂ ਪਹਿਲਾਂ ਦਰਸ਼ਨ ਕਰਾ ਦਿਓ, ਨਹੀਂ ਮੇਰੀ ਇੱਛਾ ਰਹਿ ਜਾਣੀ ਹੈ। ਮੈਨੂੰ ਸਮਝ ਨਹੀਂ ਆਉਂਦੀ ਵੀ ਆ ਗੁਰੂ ਘਰ ਆ ਕੇ ਮਰਨ ਵਾਲੇ ਖਣੀ ਇਹੀ ਸੋਚ ਕੇ ਆਉਂਦੇ ਵੀ ਅਸੀਂ ਮਰਨਾ ਹੀ ਗੁਰਦੁਆਰੇ ਜਾ ਕੇ ਆ। ਕੋਈ ਸਤਨਾਮ 3-4 ਮਰੀ ਪਿਛਲੇ ਦਿਨੀ ਬੇਅਦਬੀ ਕੀਤੀ ਉਹਨਾਂ ਨੇ ਗੁਰੂ ਸਾਹਿਬ ਦੀ। ਹਰਮੰਦਰ ਸਾਹਿਬ ਤਾਂ ਪ੍ਰਤੱਖ ਹੈ, ਸਾਰੀ ਦੁਨੀਆ ਵਿੱਚ ਪਤਾ ਲੱਗ ਗਿਆ। ਪਰ ਇਹਨਾਂ ਦੀ ਸੋਚ ਹੀ ਕੁਝ ਹੋਰ ਐਸੀ ਹੈ। ਇਸੇ ਤਰ੍ਹਾਂ ਦਾ ਹੀ ਇਹ ਗੁਰੂ ਸਾਹਿਬ ਦੇ ਸਮੇਂ ਕੌਤਕ ਹੋਇਆ।
ਜਦੋਂ ਉਹਨੇ ਧੱਕਾ ਕੀਤਾ ਤੰਬੂ ਵਿੱਚ ਜਾਣ ਦਾ ਤੇ ਸਤਿਗੁਰਾਂ ਦੇ ਇਸ ਪਹਿਰੇਦਾਰ ਨੇ ਰੋਕਿਆ, ਉਹ ਨਾ ਰੁਕਿਆ ਤੇ ਅਖੀਰ ਸਿੰਘ ਨੂੰ ਤਲਵਾਰ ਚਲਾਉਣੀ ਪਈ। ਇਹਦਾ ਮੋਢਾ ਵੱਢਿਆ ਗਿਆ, ਮੋਢੇ ਤੇ ਜ਼ਖਮ ਹੋ ਗਿਆ, ਡਿੱਗ ਪਿਆ, ਫਿਰ ਬੇਹੋਸ਼ ਹੋ ਗਿਆ। 4 ਘੜੀਆਂ ਬਾਅਦ ਹੋਸ਼ ਆਈ। ਦਿਨ ਚੜ੍ਹਿਆ ਤੇ ਕਹਿੰਦਾ ਮੈਨੂੰ ਦਰਸ਼ਨ ਕਰਾ ਦਿਓ, ਮੇਰੀ ਦਰਸ਼ਨਾਂ ਦੀ ਇੱਛਾ ਨਾ ਰਹਿ ਜਾਵੇ। ਸੁਣ ਕਰ ਸਿੰਘ ਗਿਓ ਗੁਰ ਪਾਸ, ਹੱਥ ਜੋੜ ਕੀਨਸ ਅਰਦਾਸ। ਔਰ ਦਿਨ ਚੜ੍ਹੇ ਫਿਰ ਸਿੰਘ ਗਿਆ ਅੰਦਰ ਤੰਬੂ ਦੇ। ਪਾਤਸ਼ਾਹ ਬੇਨਤੀ ਹੈ। ਸਿੰਘ ਸਾਨੇ ਕਲਰਿਓ ਦੀਵਾਨਾ, ਰਿਸਕੇ ਬਸ ਹੋਏ ਹਨੀ ਕਿਰਪਾਨਾ। ਉਹ ਬਾਹਰ ਆਪਣੇ ਸਿੰਘ ਦੇ ਨਾਲ ਇੱਕ ਪਤਾ ਨਹੀਂ ਦੀਵਾਨਾ ਜਾਂ ਮਸਤ ਜਾਂ ਕੌਣ ਹੈ, ਘੋਣ ਮੋਣ ਜਾ, ਉਹ ਸਿੰਘ ਨਾਲ ਲੜ ਪਿਆ। ਉਹ ਤੰਬੂ ਚ ਆਉਂਦਾ ਸੀ, ਧੱਕੇ ਨਾਲ ਉਹਨੂੰ ਬੜਾ ਰੋਕਿਆ, ਨਹੀਂ ਰੁਕਿਆ ਤੇ ਸਿੰਘ ਤੋਂ ਤਲਵਾਰ ਵੱਜੀ ਉਹਦੇ ਤੇ ਉਹ ਡਿੱਗ ਪਿਆ। ਚਾਹਤ ਦਰਸ਼ਨ ਰਾਵਣ ਕੇਰਾ, ਲੈ ਆਵੋ ਗੁਰ ਕਹਿਤ ਸਵੇਰਾ। ਤੇ ਹੁਣ ਵੀ ਕਹੀ ਜਾਂਦਾ ਮੈਨੂੰ ਦਰਸ਼ਨ ਕਰਾ ਦਿਓ ਮਰਨ ਤੋਂ ਪਹਿਲਾਂ ਪਹਿਲਾਂ। ਸੁਨ ਪ੍ਰਭ ਤੇ ਅੰਤਰ ਲੈ ਗਏ, ਸਿਰ ਨਿਭਾਏ ਕਰ ਦਰਸ਼ਨ ਲਏ। ਬਾਦਸ਼ਾਹ ਕਹਿੰਦੇ ਚੱਕ ਕੇ ਲਿਆਓ ਅੰਦਰ। ਕੀ ਹੋ ਗਿਆ ਉਹਨੂੰ? ਕੌਣ ਆ ਉਹ? ਕਿਵੇਂ ਦਰਸ਼ਨ ਕਰਨੇ ਚਾਹੁੰਦਾ ਸਾਡੇ? ਕਹਿੰਦੇ ਸਿੰਘ ਉਸ ਨੂੰ ਚੱਕ ਕੇ ਫਿਰ ਲੱਤਾਂ ਬਾਹਾਂ ਤੋਂ ਫੜ ਕੇ ਅੰਦਰ ਲੈ ਗਏ। ਕਿਰਪਾ ਨਿਦਾਨ ਕਿਰਪਾ ਕਰ ਕਹਿਓ, ਆਹ ਦੀਵਾਨਾ ਜੀਵਨ ਚਾਹਿਓ। ਤੇ ਪਾਤਸ਼ਾਹ ਜੀ ਉਸ ਨੂੰ ਕਹਿਣ ਲੱਗੇ, ਓਏ ਦੀਵਾਨਿਆ, ਓਏ ਮਸਤਾ, ਤੂੰ ਜਿਉਣਾ ਚਾਹੁੰਦਾ ਹਜੇ? ਤੋ ਬਚਾਏ ਦੇਵੋ ਤੋ ਪ੍ਰਾਨਾ, ਜੇ ਜੀਵਨ ਕੀ ਚਾਹ ਮਹਾਨਾ। ਜੇ ਤੂੰ ਹਜੇ ਲੰਮੀ ਜ਼ਿੰਦਗੀ ਚਾਹੁੰਦਾ ਤੇ ਫਿਰ ਤੇਰੇ ਪ੍ਰਾਣ ਬਚਾ ਦਿੰਨੇ ਆ, ਤੈਨੂੰ ਲੰਬਾ ਜੀਵਨ ਦੇ ਦਿੰਨੇ ਆ। ਦਰਸ਼ਨ ਕਰ ਔਰ ਨਿਰਮਲ ਬਨਿਓ, ਤਬ ਕਰ ਜੋਰ ਦੀਵਾਨੇ ਬਨਿਓ। ਤੇ ਦਰਸ਼ਨ ਕਰਕੇ ਕਹਿੰਦੇ ਇਸ ਦਾ ਹਿਰਦਾ ਨਿਰਮਲ ਹੋ ਗਿਆ। ਹੱਥ ਬੰਨ ਕੇ ਕਹਿੰਦਾ, ਬਰਾਬਰ ਕੇ ਹਜੂਰ ਆਬਾਹੋ, ਚਿਤ ਪਰਲੋਕ ਪਿਆਨਾ ਚਾਹੋ। ਕਹਿੰਦਾ ਨਹੀਂ ਮਹਾਰਾਜ, ਮੈਂ ਜਿਉਣਾ ਨਹੀਂ, ਬਸ ਮੈਂ ਅੱਜ ਤੁਹਾਡੇ ਚਰਨਾਂ 'ਚ ਪਿਆ ਤੇ ਮੇਰੀ ਮੌਤ ਹੀ ਦੇ ਦਿਓ। ਕੋਈ ਸਤਿਨਾਮ। ਵਾਹਿਗੁਰੂ। ਮੈਂ ਪਰਲੋਕ ਨੂੰ ਹੀ ਜਾਣਾ ਚਾਹੁੰਦਾ ਹੁਣ ਤੁਹਾਡੀ ਸਾਹਮਣੇ, ਤੁਹਾਡੀਆਂ ਅੱਖਾਂ ਦੇ ਸਾਹਮਣੇ। ਏਮ ਬੋਲਤ ਹੀ ਤਿਆਗੀ ਪ੍ਰਾਨਾ, ਪਾਈ ਗਤ ਪਾ ਧਨ ਦੀਵਾਨਾ। ਕਹਿਣ ਲੱਗੇ ਇੰਨਾ ਕਹਿੰਦੇ ਉਹ ਦੀਵਾਨੇ ਦੀ ਉਹ ਮਸਤੀ ਸਰੀਰ ਛੁੱਟ ਗਿਆ। ਪਾਤਸ਼ਾਹ ਨੇ ਕਹਿਤਾ ਤਥਾਸਤੂ, ਫਿਰ ਜਾ ਭਾਈ, ਜੇ ਜਾਣਾ ਹੀ ਹੈ ਤਾਂ। ਨਹੀਂ ਜੇ ਰਹਿਣਾ ਤਾਂ ਦੱਸ ਦੇ, ਅਸੀਂ ਤੈਨੂੰ ਰੱਖ ਲੈਂਦੇ ਹਾਂ ਹਜੇ। ਕਹਿੰਦਾ ਨਹੀਂ ਜੀ ਮੈਂ ਤਾਂ ਜਾਣਾ ਚਾਹੁੰਦਾ ਹਾਂ। ਕਹਿੰਦਾ ਚੰਗਾ ਫਿਰ ਜਾ ਭਾਈ। ਇੰਨਾ ਕਹਿੰਦੇ ਆ ਹੀ ਉਸ ਦਾ ਸਰੀਰ ਛੁੱਟ ਗਿਆ। ਬਾਹਰ ਤਬ ਉਠਾਏ ਲੈ ਆਏ, ਨਰ ਜੰਗਲ ਕੇ ਸੁਨ ਬਿਸਮਾਏ। ਔਰ ਉਸ ਨੂੰ ਬਾਹਰ ਚੱਕ ਲਿਆਏ ਸਿੰਘ ਸਰੀਰ ਨੂੰ, ਉਹਦੇ ਮੁਰਦੇ ਸਰੀਰ ਨੂੰ। ਤੇ ਆਪਣੇ ਇਲਾਕੇ ਦੇ ਲੋਕ, ਇਹਨੂੰ ਜੰਗਲ ਦਾ ਇਲਾਕਾ ਕਹਿੰਦੇ ਆ, ਮਾਲਵੇ ਨੂੰ ਪਹਿਲਾਂ ਜੰਗਲ ਕਹਿੰਦੇ ਸੀ। ਪਹਿਲੀ ਵਾਰ ਮਾਲਵਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ। ਕਹਿੰਦੇ ਇਹੋ ਜੰਗਲ ਦੇ ਲੋਕ ਭਾਵ ਆਪਣੇ ਇਲਾਕੇ ਦੇ ਲੋਕ ਆ। ਕੋਠਾ ਗੁਰੂ ਕਾ, ਇਸੇ ਦੀ ਗੱਲ ਹੈ, ਕੋਠਾ ਗੁਰੂ ਕਾ ਤੇ ਮਲੂਕਾ ਇਸ ਇਲਾਕੇ 'ਚ ਪਾਤਸ਼ਾਹ ਕਹਿੰਦੇ ਇਸ ਇਲਾਕੇ ਦੇ ਵਿੱਚ ਜਿਹੜੇ ਲੋਕ ਰਹਿੰਦੇ ਸਨ ਉਹਨਾਂ ਨੇ ਸੁਣਿਆ ਵੀ ਸਿੰਘਾਂ ਨੇ ਇੱਕ ਸਾਧ ਮਾਰਤਾ। ਘੋਨਾ ਮੋਨਾ ਜਾਂ ਮਸਤ ਜਾ ਹੈਰਾਨ ਹੋਏ ਜੀ। ਤੱਕ ਨਿੰਦੇ ਮਤ ਹੱਥ ਹੋਏ, ਇਹ ਕਿਆ ਕੀਨ ਕਰਮ ਦੁਰਜੋਏ। ਕਈ ਕਹਿਣ ਲੱਗੇ ਯਾਰ ਉਹਨੂੰ ਮਤ ਨਹੀਂ ਸੀ, ਉਹ ਕਮਲਾ ਸੀ। ਕਮਾਲ ਦੀ ਗੱਲ ਹੈ, ਸਾਖੀਆਂ ਦੇ ਨਾਲ ਵੀ ਸਮਾਂ ਵੀ ਮਿਲਦਾ ਜਾ ਰਿਹਾ। ਕੋਈ ਸਤਿਨਾਮ। ਅੱਜ ਕੱਲ੍ਹ ਵੀ ਉਹਨੂੰ ਕਮਲਾ ਕਹਿ ਕੇ ਛੱਡਦੇ ਆ, ਕਮਲਾ ਸੀਗਾ ਜੀ, ਉਹਨੂੰ ਕੋਈ ਗੱਲ ਨਹੀਂ, ਮਾਫ ਕਰ ਦਿਓ। ਕਈ ਲੋਕ ਉਦੋਂ ਵੀ ਕਹਿੰਦੇ ਸੀ, ਕਹਿੰਦੇ ਯਾਰ ਸਿੰਘਾਂ ਨੇ ਬਹੁਤ ਮਾੜਾ ਕੀਤਾ, ਇਹ ਬੰਦਾ ਮਾਰ ਕੇ ਦਿੱਤਾ ਤਾਂ ਕਮਲਾ ਸੀਗਾ। ਹੱਥ ਮੱਤ ਉਹਦੀ ਮੱਤ ਮਾਰੀ ਹੋਈ ਸੀ, ਉਹ ਤਾਂ ਕਮਲਾ ਸੀਗਾ। ਇਹ ਕੀ ਕੀਤਾ? ਚੰਗਾ ਨਹੀਂ ਕੀਤਾ। ਹਤਿਓ ਦੀਵਾਨਾ ਗੁਰ ਪਲ ਗਿਓ, ਕਰੇ ਨਾ ਕਿਰਤ ਕੋ ਜਿਮ ਬਕਾਓ। ਹਤਿਓ ਦੀਵਾਨਾ ਗੁਰ ਪਲ ਭਇਓ, ਕਰੇ ਨਾ ਕਿਰਤ ਕੋ ਜਿਮ ਅਬ ਕੀਓ। ਕਹਿਣ ਲੱਗੇ ਫਿਰ ਕਈ ਗੱਲਾਂ ਕਰਦੇ ਆ ਯਾਰ, ਚੰਗਾ ਕੀਤਾ। ਉਹ ਧੱਕਾ ਕਰਦਾ, ਇਹ ਸਿੰਘ ਰੋਕੀ ਜਾਂਦਾ ਤੇ ਰੁਕ ਜਾਂਦਾ। ਉਹਨੂੰ ਬਾਹਲੀ ਕਾਲੀ ਤੜਕੇ ਉੱਠ ਕੇ ਦਰਸ਼ਨ ਕਰ ਲੈਂਦਾ। ਸਿੰਘ ਰੋਕੀ ਜਾਂਦਾ ਸੀਗਾ, ਉਹਨੂੰ ਰੋਕਣਾ ਚਾਹੀਦਾ ਸੀਗਾ। ਕਈ ਕਹਿੰਦੇ ਚੰਗਾ ਕੀਤਾ, ਹੁਣ ਗਾਹਾਂ ਨੂੰ ਕੋਈ ਏਦਾਂ ਧੱਕਾ ਨਹੀਂ ਕਰੇਗਾ। ਕੀਰਤਕ ਕਹੇ ਦੀਵਾਨਾ ਅਰਿਓ, ਲਰਿਓ ਸਿੰਘ ਸੋ ਮਾਰਨ ਕਰਿਓ। ਉਹ ਕਹਿੰਦੇ ਯਾਰ ਸਿੰਘਾਂ ਨੇ ਐਵੇਂ ਥੋੜਾ ਹੀ ਮਾਰਤਾ। ਸਿੰਘਾਂ ਨੇ ਕਹਿੰਦੇ ਐਵੇਂ ਥੋੜੇ, ਸਮਾਂ ਜਿਹੜਾ ਨਾ ਘੁੰਮ ਘੁੰਮ ਕੇ ਦੁਬਾਰੇ ਫਿਰ ਉਸੇ ਤਰ੍ਹਾਂ ਤੁਰੇ ਆਉਂਦਾ। ਕੋਈ ਸਤਿਨਾਮ। ਸਮਾਂ ਜਿਹੜਾ ਹੈ ਨਾ ਆਪਣੇ ਚੱਕਰ ਦੇ ਨਾਲ ਚੱਲਦਾ ਰਹਿੰਦਾ ਹੈ। ਤੇ ਗੁਰੂ ਪਿਆਰੋ, ਕਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਿ ਪੁਰਾਤਨ ਹੋ ਚੁੱਕੀਆਂ ਹਨ, ਉਹ ਦੁਬਾਰਾ ਅੱਜ ਚੱਲ ਪਈਆਂ ਹਨ। ਕਹੋ ਸਤਿਨਾਮ। ਕਈ ਇਹੋ ਜਿਹੇ ਕੰਮ ਜਿਹੜੇ ਪੁਰਾਤਨ ਹੋ ਚੁੱਕੇ ਹਨ, ਭਾਵ 100 ਸਾਲ 200 ਸਾਲ ਪਹਿਲਾਂ ਚੱਲਦੇ ਸੀਗੇ, ਫਿਰ ਵਿਚਾਲੇ ਬੰਦ ਹੋ ਗਏ ਸੀ, ਹੁਣ ਦੁਬਾਰੇ ਫਿਰ ਲੋਕਾਂ ਨੂੰ ਉਹ ਚੰਗੇ ਲੱਗਣ ਲੱਗ ਪਏ। ਕਹੋ ਸਤਿਨਾਮ। ਦੁਬਾਰੇ ਫਿਰ ਲੋਕਾਂ ਨੇ ਉਹ ਐਕਸੈਪਟ ਕਰ ਲਏ, ਗ੍ਰਹਿਣ ਕਰ ਲਏ। ਤਾਂ ਕਈ ਸਿੰਘ ਕਹਿਣ ਲੱਗੇ, ਭਾਵ ਜੰਗਲ ਦੇ ਲੋਕ, ਆਪਣੇ ਇਲਾਕੇ ਦੇ ਲੋਕ,
ਜਿਨ੍ਹਾਂ ਜਿਨ੍ਹਾਂ ਨੇ ਸੁਣਿਆ। ਕੋਈ ਕਹਿੰਦੇ ਯਾਰ ਮਾੜਾ ਕੀਤਾ, ਉਹ ਤਾਂ ਕਮਲਾ ਬੰਦਾ ਸੀਗਾ, ਉਹੀ ਵੱਢਤਾ। ਕਈ ਕਹਿੰਦੇ ਨਹੀਂ ਯਾਰ ਉਹ ਧੱਕਾ ਕਰਦਾ ਸੀਗਾ। ਤੇ ਕਈ ਕਹਿੰਦੇ ਕੇਤਕ ਕਹੇ ਦੀਵਾਨਾ ਅੜਿਓ ਲੜਿਓ ਸਿੰਘ ਸੋ ਮਾਰਨ ਕਰਿਓ। ਕਹਿੰਦੇ ਨਹੀਂ ਯਾਰ ਉਹ ਸਿੰਘਾਂ ਨੇ ਅੜ ਪਿਆ ਜਾ ਕੇ, ਕਹਿੰਦਾ ਮੈਂ ਤਾਂ ਗਾਹਾਂ ਜਾਊਂਗਾ, ਉਹ ਰੁਕਿਆ ਨਹੀਂ ਤਾਂ ਮਾਰਨਾ ਪਿਆ ਉਹਦੇ। ਇੱਜ਼ਤ ਕਹੇ ਗੁਰੂ ਕੇ ਦੋਹੋ ਸਿੰਘ ਦੀਵਾਨਾ ਲਰਮਰ ਸੋ। ਤਾਂ ਕਈ ਕਹਿੰਦੇ ਯਾਰ ਸਿੰਘ ਵੀ ਗੁਰੂ ਦੇ ਹੈ, ਦੀਵਾਨਾ ਵੀ ਗੁਰੂ ਦਾ ਹੈ, ਤੇ ਉਹ ਲੜਕੇ ਮਰ ਗਏ ਜੀ। ਕਰਿਓ ਕੂਚ ਤਬ ਸ਼੍ਰੀ ਪ੍ਰਭ ਡੇਰਾ ਗਮਣੇ ਹੋਏ ਚੌਤਰੇ ਨੇਰਾ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੋਂ ਚੱਲ ਪਏ। ਤਿਸ ਕੇ ਡਿਗ ਡਿਗ ਹੋਏ ਚੱਲ ਗਏ ਜੈਤੋ ਆਨ ਉਤਰੇ ਪਏ। ਤਾਂ ਇੱਥੋਂ ਗੁਰੂ ਪਿਆਰੋ ਕੋਈ ਚੌਂਤਰਾ ਪਿੰਡ ਹੈ ਇਸ ਇਲਾਕੇ ਦੇ ਵਿੱਚ, ਸ਼ਾਇਦ ਚੌਂਤਾ ਹੋਵੇ ਜਾਂ ਚੌਂਤਰਾ, ਇਹੋ ਜਿਹਾ ਪਿੰਡ ਹੈ ਨੇੜੇ ਇਸੇ ਇਲਾਕੇ 'ਚ ਹੀ ਹੈ। ਕਹਿੰਦੇ ਚੌਂਤੇ ਪਿੰਡ ਦੇ ਨਾਲੋਂ ਚੱਲਦੇ ਚੱਲਦੇ ਜੈਤੋ ਪਹੁੰਚ ਗਏ ਜੀ। ਕਰਿਓ ਮਕਾਮ ਤਾਲ ਘੇਰੇ ਤਿਸ ਕੀ ਮਹਿਮਾ ਕਹੀ ਬਡੇਰੇ। ਤੇ ਗੁਰੂ ਪਿਆਰਿਓ ਜੈਤੋ ਵਾਲਾ ਗੁਰਦੁਆਰਾ ਸਾਹਿਬ ਹੈ ਜਿਹੜਾ ਉੱਥੇ ਸਰੋਵਰ ਬਣਿਆ ਹੋਇਆ। ਸਤਿਗੁਰੂ ਪਾਤਸ਼ਾਹ ਜੀ ਦੇ ਸਮੇਂ ਉਹ ਇੱਕ ਟੋਭਾ ਸੀ, ਤਾਲ ਸੀ, ਸਰੋਵਰ ਤਾਂ ਅਸੀਂ ਉਸ ਨੂੰ ਕਹਿੰਦੇ ਆ ਜੋ ਗੁਰੂ ਘਰ ਦੇ ਵਿੱਚ ਅੱਜ ਬਣਿਆ ਹੋਇਆ, ਪਰ ਪਹਿਲਾਂ ਇਹਨਾਂ ਨੂੰ ਤਾਲ ਕਹਿੰਦੇ ਸੀਗੇ। ਜਿਵੇਂ ਆਗਰਾ ਗੁਰਦੁਆਰਾ ਸਾਹਿਬ, ਆਗਰਾ ਗੁਰੂ ਕਾ ਤਾਲ, ਉੱਥੇ ਵੀ 9ਵੇਂ ਪਾਤਸ਼ਾਹ ਰੁਕੇ ਸੀਗੇ ਜਦੋਂ ਗ੍ਰਿਫਤਾਰ ਹੋਣ ਤੋਂ ਪਹਿਲਾਂ, ਔਰ ਫਿਰ ਉਸੇ ਸਥਾਨ ਨੂੰ ਆਪਾਂ ਬਣਾ ਕਰਕੇ ਉਸ ਦਾ ਨਾਮ ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਰੱਖ ਦਿੱਤਾ। ਉਹ ਵੀ ਇੱਕ ਬਹੁਤ ਸੁੰਦਰ ਟੋਭਾ ਸੀਗਾ, ਤਾਲ ਸੀਗਾ। ਇਸੇ ਤਰ੍ਹਾਂ ਇੱਥੇ ਇੱਕ ਤਾਲ ਹੈ ਜੈਤੋ, ਤੇ ਉਹਦੇ ਨੇੜੇ ਪ੍ਰੀਤਮ ਰੁਕੇ ਤੇ ਉਸ ਤਾਲ ਦੀ ਕੁਝ ਮਹਿਮਾ ਵੀ ਦੱਸੀ ਹੈ। ਐਸਾ ਪਈ ਕਰ ਖਾਨ ਰੂਪਾਨ ਸੁਪਤ ਜਥਾ ਸੁਖ ਗੁਰ ਭਗਵਾਨ। ਔਰ ਰਾਤ ਪੈ ਗਈ ਆ, ਇੱਥੇ ਪ੍ਰਸ਼ਾਦਾ ਪਾਣੀ ਲੰਗਰ ਤਿਆਰ ਕੀਤਾ ਹੈ, ਆਰਾਮ ਕੀਤਾ ਹੈ ਜੀ। ਭਈ ਪ੍ਰਭਾਤ ਕੂਚ ਕਰ ਡੇਰਾ ਗਮਨੇ ਕਿਤਕ ਕੋਸ ਥਲ ਹੀਰਾ। ਔਰ ਦੂਜਾ ਦਿਨ ਚੜਿਆ ਗੁਰੂ ਪਿਆਰਿਓ, ਸਵੇਰ ਹੋਈ ਤਾਂ ਇੱਥੋਂ ਚਾਲੇ ਪਾ ਦਿੱਤੇ ਹਨ ਕਈ ਕੋ ਪੈਂਡਾ ਤਾਂ ਕਰਕੇ। ਸੋਨੀਅਰ ਗ੍ਰਾਮ ਬਿਲੋਕ ਸਥਾਨ ਉਤਰੇ ਹੈ ਤੇ ਤੈ ਗੁਣ ਖਾਨ। ਅਗਲੇ ਪਿੰਡ ਆ ਗਿਆ ਇੱਕ ਸੁਣੀਅਰ, ਤੇ ਸੁਣੀਅਰ ਪਿੰਡ ਦੇ ਨੇੜੇ ਮੇਰੇ ਪ੍ਰੀਤਮ ਜੀ ਉਤਰੇ ਹਨ। ਚੰਗਾ ਸਥਾਨ ਦੇਖ ਕੇ ਉਤਾਰਾ ਕੀਤਾ ਹੈ ਜੀ। ਭਇਓ ਮੁਕਾਮ ਤਰੰਗ ਲਗਾਏ ਕਰ ਬਿਸਰਾਮ ਬੈਠ ਸੁਖ ਪਾਏ। ਇੱਥੇ ਮੁਕਾਮ ਦਾ ਮਤਲਬ ਪੜਾ ਕੀਤਾ, ਇੱਥੇ ਰੋਕਣਾ ਕੀਤਾ ਹੈ। ਘੋੜੇ ਬੰਨ ਦਿੱਤੇ, ਆਰਾਮ ਕਰਦੇ ਹਨ। ਡੋਗਰ ਸਮਾ ਨਾਮ ਬਸੰਤਾ ਮੈਂ ਕੀ ਭਲੀ ਸਮੂਹ ਰਖੰਤਾ। ਇੱਥੇ ਗੁਰੂ ਪਿਆਰਿਓ ਇੱਕ ਬੰਦਾ ਵਸਦਾ ਸੀਗਾ ਜਿਸ ਦਾ ਨਾਮ ਹੈ ਡੋਗਰ ਸੰਮਾ। ਉਹ ਇੱਥੇ ਰਹਿੰਦਾ ਸੀ ਤੇ ਇਸ ਨੇ ਮੱਝਾਂ ਰੱਖੀਆਂ ਹੋਈਆਂ ਸਨ। ਗੁਰ ਆਗਮਨ ਸੁਨਿਓ ਹਰਿ ਖਾਇਓ ਸਭ ਮੈਂ ਕਨ ਕੋ दूध ਚਵਾਇਓ। ਤੇ ਜਦੋਂ ਇਸ ਡੋਗਰ ਸੰਮੇ ਨੂੰ ਪਤਾ ਲੱਗਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਸਾਡੇ ਇਲਾਕੇ 'ਚ ਆਏ ਨੇ, ਇਹਨੇ ਆਪਣੀਆਂ ਮੱਝਾਂ ਦਾ ਦੁੱਧ ਚੋਇਆ ਹੈ ਜੀ। ਘਟ ਪਰ ਬਾਈ ਲੈ ਨਿਜ ਸਾਥ ਆਓ ਜੈ ਬੈਠੇ ਗੁਰਨਾਥ। ਔਰ ਉਦੋਂ ਜ਼ਿਆਦਾਤਰ ਬਰਤਨ ਰੂਪ 'ਚ ਘੜੇ ਹੀ ਹੁੰਦੇ ਸੀਗੇ। ਗੁੜ ਵੀ ਘੜਿਆਂ 'ਚ ਰੱਖਣਾ, ਆਟਾ ਵੀ ਵੱਡੀ ਮੱਟੀ ਵਿੱਚ ਪਾ ਦੇਣਾ, ਤੇ ਇਸ ਕਰਕੇ ਇਸ ਨੇ ਦੁੱਧ ਦੇ ਘੜੇ ਭਰੇ ਨੇ ਤੇ ਆਪਣੇ ਬੰਦਿਆਂ ਨੂੰ ਚੁਕਾ ਕੇ ਗੁਰੂ ਵੱਲ ਆਇਆ ਜੀ। ਕਾਰਿਅਬ ਬੰਧਨ ਅਰਪਿਓ ਆਗੇ ਬੈਠਿਓ ਗੁਰਪਗ ਕਰ ਅਨੁਰਾਗੇ। ਔਰ ਆ ਮੇਰੇ ਪ੍ਰੀਤਮ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਬੈਠੇ ਆਏ ਜੀ। ਕਿਰਪਾ ਨਿਦਾਨ ਕਿਰਪਾ ਕਰ ਹੀਰਾ ਕਹਿਓ ਬਦੇ ਬੈ ਬੜੋ ਬਡੇਰਾ। ਔਰ ਬੇਨਤੀ ਕੀਤੀ ਪਾਤਸ਼ਾਹ ਜੀ ਫੌਜਾਂ ਦੇ ਵਾਸਤੇ ਦੁੱਧ ਲੈ ਕੇ ਆਏ ਆ, ਛਕਾ ਦਿਓ। ਤੇ ਸਤਿਗੁਰੂ ਦਇਆ ਦੇ ਘਰ ਆਏ, ਖੁਸ਼ੀ ਦੇ ਘਰ ਆਏ, ਕਹਿੰਦੇ ਡੋਗਰਾ ਤੇਰੇ ਘਰ ਵਿੱਚ ਦੁੱਧ ਬਹੁਤ ਹੋਊਗਾ। ਇਤਨੇ ਮੇ ਜੋ ਜਾਟ ਕਪੂਰਾ ਖਿਰਤਾ ਖੀਰ ਆਏ ਚਲ ਦੂਰਾ। ਤੋ ਇਸੇ ਇਲਾਕੇ ਦਾ ਜਾਟ ਕਪੂਰਾ, ਉਹ ਵੀ ਕਹਿੰਦੇ ਸ਼ਿਕਾਰ ਖੇਡਦਾ ਖੇਡਦਾ ਕਿਤੇ ਆ ਗਿਆ। ਸੁਣੀ ਇਹਾ ਗੁਰੂ ਤਰੇ ਆਏ ਗਮਨਿਓ ਸੋ ਪਟ ਸਹਿਤ ਤਿਸ ਥਾਏ। ਔਰ ਜਦੋਂ ਇਸ ਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਇਸ ਇਲਾਕੇ 'ਚ ਆ ਗਏ ਹਨ ਤੇ ਆਪਣੀਆਂ ਫੌਜਾਂ ਸਮੇਤ ਆ ਉਤਰਿਆ ਹੈ ਜੀ। ਉਤਰ ਤਰੰਗ ਤੇ ਪਾਇਨ ਪਰਿਓ ਪਇਓ ਦੀਨ ਅਗਾਰੀ ਥਿਰਿਓ। ਔਰ ਨਿਮਾਣਾ ਜਾ ਹੋ ਕੇ ਪੈਰਾਂ ਵਿੱਚ ਡਿੱਗ ਪਿਆ। ਪਾਤਸ਼ਾਹ ਨੇ ਬਚਨ ਕਰਤਾ ਸੀ ਨਾ, ਕਹਿੰਦਾ ਮੈਨੂੰ ਤਾਂ ਤੁਰਕ ਜਿਹੜੇ ਆ ਫਾਂਸੀ ਦੇ ਕੇ ਮਾਰ ਦੇਣਗੇ। ਤੇ ਪਾਤਸ਼ਾਹ ਕਹਿੰਦੇ ਤਥਾ ਅਸਤੂ, ਇਦਾਂ ਹੀ ਹੋਵੇਗਾ। ਫਿਰ ਉਦੋਂ ਦਾ ਬੜਾ ਹੀ ਚਿੰਤਾ ਦੇ ਵਿੱਚ ਆ ਵੀ ਹੁਣ ਕੀ ਬਣੂਗਾ। ਇਸ ਕਰਕੇ ਅੱਜ ਇਹਨੂੰ ਪਤਾ ਲੱਗਿਆ ਗੁਰੂ ਸਾਹਿਬ ਜਿਹੜੇ ਹਨ ਇੱਥੇ ਉਤਰੇ ਹਨ ਤੇ ਇਹਨੇ ਆ ਮੱਥਾ ਟੇਕਿਆ ਹੈ।
और देख कृपाल ताहे सन का है कहो कपूर सिंह राजी है। और जब इन्हें आके नमस्कार की पातशाह कहने कपूर सिंह राजी है। दीन मना कर जोरत बोला मैं राजी ने बहु मन होला। और चिंता तुर जाता हैगा ही अभी पता नहीं हुण की बनू किवें मौत होगी क्या जाना कि मरांगे कैसा मरना होए चिंता लगी हुई है। कहना जी काहदे राजी आ जिदन दा सोडे बचन सुने हन रावण बाक ना गए कमाए दोनों दिश संकट बन आए। मैं तुहाडे बचन नहीं कमा सकिया भाव ਤੁਹਾਨੂੰ किला नहीं दिता जवाब दे दिता कोई सतनाम कोटकपूरे वाला कपूरा कहना मैं ਤੁਹਾਨੂੰ ਕਹਿਣ ਲੱਗਿਆ मैं किला नहीं दिता ਤੁਹਾਡੇ बचन नहीं कमाए गए। ਹੁਣ ਦੁਨੀਆ ਵਿੱਚ ਵੀ ਦੁੱਖ ਹੈ क्योंकि परिवार ਨੂੰ पता लग गया हौली हौली गल फैल गई होनी है लोग भी लाहनता पाਉਂਦੇ ਹੋਣਗੇ यार औखा समा सी गुरु साहब ਨੂੰ हवेली दे ਦਿੰਦਾ किला दे ਦਿੰਦਾ ਤੇ ਕਹਿੰਦਾ ਮਰਨ ਤੋਂ ਬਾਅਦ ਵੀ ਪਤਾ ਨਹੀਂ ਕਿੱਧਰ ਨੂੰ ਜਾਵਾਂਗੇ ਲੋਕ ਤੇ ਪਰਲੋਕ ਦੋਨੇ ਹੀ ਖਰਾਬ ਹੋ ਗਏ ਮੇਰੇ। ਉਸ ਤੁਰ ਕਰਤੇ ਚਿਤ ਬਹੁ ਡਰਿਓ ਇਤਰਾ ਭਰ ਕੋ ਕਾਜ ਨ ਸਰਿਓ। ਉਧਰ ਤੁਰਕਾਂ ਨੂੰ ਡਰ ਲੱਗਦਾ ਤੁਸੀਂ ਕਹਿਤਾ ਫਾਂਸੀ ਦੇ ਕੇ ਮਰੇਗਾ ਫਿਰ ਤੂੰ ਮੈਂ ਆਪ ਹੀ ਕਹਿ ਦਿੱਤਾ ਸੀ ਨਾ ਇਸਨੇ ਰਾਜਨੀਤਿਕ ਬੰਦਾ ਸੀਗਾ ਜਿਵੇਂ ਚੌਧਰੀ ਨੰਬਰਦਾਰ ਹੁੰਦੇ ਸੀ ਪਹਿਲਾਂ ਇਹ ਸਰਕਾਰੀ ਬੰਦਾ ਸੀਗਾ ਤੇ ਗੁਰੂ ਸਾਹਿਬ ਨੇ ਕਿਹਾ ਵੀ ਸਾਨੂੰ ਤੇਰਾ ਕਿਲਾ ਚਾਹੀਦਾ ਹੈ ਫੌਜਾਂ ਆਉਂਦੀਆਂ ਅਸੀਂ ਜੰਗ ਕਰਨਾ ਹੈ ਤੇ ਤੈਨੂੰ ਸਾਰੇ ਦੇਸ਼ ਦਾ ਰਾਜਾ ਬਣਾ ਦਿਆਂਗੇ। ਉਹ ਕਹਿੰਦਾ ਤੁਸੀਂ ਤਾਂ ਉਜੜੇ ਫਿਰਦੇ ਹੋ ਮੈਨੂੰ ਵੀ ਜਾਣੋਗੇ ਅਸੀਂ ਸਰਕਾਰ ਦੇ ਨਾਲ ਕਿਵੇਂ ਵਿਗਾੜੀਏ ਜੇ ਅਸੀਂ ਵਿਗਾੜ ਲਈ ਤੇ ਸਰਕਾਰੀ ਬੰਦੇ ਜਿਹੜੇ ਹਨ ਤੁਰਕ ਜਿਹੜੇ ਹਨ ਉਹ ਸਾਨੂੰ ਫਾਂਸੀ ਦੇ ਕੇ ਮਾਰ ਦੇਣਗੇ। ਪਾਤਸ਼ਾਹ ਕਹਿੰਦੇ ਠੀਕ ਆ ਭਾਈ ਫਿਰ ਇਦਾਂ ਹੀ ਹੋਵੇਗਾ ਕਹੋ ਸਤਨਾਮ। ਤਾਂ ਉਹ ਬਚਨ ਚੱਲ ਗਿਆ ਕਹਿਣ ਲੱਗਿਆ ਮਹਾਰਾਜ ਮੈਂ ਡਰ ਰਿਹਾ ਹਾਂ इधर तुहाडे तो भी जेड़ा है मैं बेमुख हो गया ते उधर तुर्कां तो भी डर लगदा है जी। मेरे बिनार खुशी ना दीना चढ़ आए तो मेरे सिर कीना। और तुसी फिर मुड़ के मैनू दस के भी नहीं आए क्यों घर नूं चलिया गया निराश जा होके फिर घरे जाके बह गया अंदरों गेट भी बंद कर लिया कि धक्के नाल ही ना आके वड़ जाना अपनी हवेली च पातशाह। ते मुड़ के दूजे तीजे दिन पता लग्या हो भी गुरु साहब तो चले गए फिर अज दुबारे मिले आ कहे तुसी मैनू आउंदे होए दस के भी नहीं आए मिल के भी नहीं आए महाराज मैनू खुशियां नहीं बख्शियां। जाते चिंता कष्ट महाना किम राजी मैं करूं बखाना। ते महाराज मैं कित्थों राजी हो जाऊंगा मैं तो चिंता ते दुखां दे विच नपिया गया जी। तुरकन संग ना बिगड़ियो जाए सबाब नीजन अगर चुकाए। हुण धन गुरु गोबिंद सिंह जी दी शक्ति दा शायद इहनूं पता नहींगा ਕਹਿੰਦਾ ਮੈਥੋਂ ਮੁਗਲਾਂ ਨਾਲ ਤੁਰਕਾਂ ਨਾਲ ਸੈਂਟਰ ਦੇ ਵਿੱਚ ਔਰੰਗਜ਼ੇਬ ਦਾ ਰਾਜ ਆ ਉਹਦੇ ਨਾਲ ਮੈਂ ਕਿਵੇਂ ਵਿਗਾੜਾਂ ਜਿਨ੍ਹਾਂ ਨੇ ਸਾਰੀ ਧਰਤੀ ਆਪਣੇ ਕਾਬੂ 'ਚ ਕੀਤੀ ਹੋਈ ਹੈ ਭਾਵ ਜਿਨ੍ਹਾਂ ਦਾ ਰਾਜ ਸਾਰੀ ਧਰਤੀ ਤੇ ਹੋ ਚੁੱਕਿਆ ਮਹਾਰਾਜ ਮੈਂ ਉਹਨਾਂ ਨਾਲ ਕਿਵੇਂ ਵਿਗਾੜਾਂ। ਸ੍ਰੀ ਗੁਰੂ ਜਾਣਿਓ ਦੀਨ ਵਿਸਾਲਾ ਬਖਸ਼ੋ ਖਰਖੰਡਾ ਅਰਟਾਲਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਨੂੰ ਨਿਵਾਣਾ ਜਿਹਾ ਹੋਇਆ ਦੇਖ ਕੇ ਆਪਣੇ ਕੋਲੋਂ ਇੱਕ ਤਿੱਖਾ ਖੰਡਾ ਤੇ ਢਾਲ ਦੇ ਦਿੱਤੇ ਜੀ। लेकर प्रभ ते कछ हरखायो हाथ जोड़ कर शीस निभायो। और ਇਹਨੇ ਸੋਚਿਆ ਕਿ ਸ਼ਾਇਦ ਗੁਰੂ ਸਾਹਿਬ ਮੇਰੇ ਤੇ ਖੁਸ਼ ਹੋ ਗਏ ਤਾਂ ਮੈਨੂੰ ਇਹ ਦਾਤ ਦਿੰਦੇ ਆ ਉਹ ਖੰਡਾ ਤੇ ਢਾਲ ਲੈ ਕੇ ਥੋੜਾ ਖੁਸ਼ ਹੋਇਆ ਤੇ ਮੱਥਾ ਟੇਕਿਆ। ਜਾਨੋ ਦੂਰ ਤੁਰਤ ਹੈ ਚੜਿਓ ਲਰਬੇ ਕੋ ਉਤਸਾਹ ਨਾ ਬੜਿਓ। ਔਰ ਇਸ ਨੇ ਜਾਣਾ ਸੀ ਦੂਰ ਤੇ ਤੁਰਤ ਹੀ ਘੋੜੇ ਤੇ ਚੜ ਗਿਆ ਹੁਣ ਕਿਸੇ ਨਾਲ ਲੜਾਈ ਕਰਨ ਦਾ ਵੀ ਚਿੱਤ ਨਹੀਂ ਲੱਗਿਆ। ਸ੍ਰੀ ਗੁਰ ਭਾਖਿਓ ਉਹ ਕਪੂਰਾ ਤੁਰਕਣ ਹੀ ਕੋ ਰਹਿਓ ਕਤੂਰਾ। ਔਰ ਜਾਂਦੇ ਜਾਂਦੇ ਨੂੰ ਫੇਰ ਕਹਿੰਦੇ ਓਏ ਤੂੰ ਤਾਂ ਤੁਰਕਾਂ ਦਾ ਹੀ ਕਤੂਰਾ ਕੁੱਤਾ ਰਿਹਾ ਕਹੋ ਸਤਨਾਮ। ਵਾਹਿਗੁਰੂ ਫਿਰ ਵੀ ਜਾਂਦਾ ਧੰਨਵਾਦ ਨਹੀਂ ਕਰਕੇ ਗਿਆ ਸ਼ਾਇਦ ਕਹਿ ਦਿੰਦਾ ਵੀ ਆ ਜਾਓ ਮਹਾਰਾਜ ਤੁਸੀਂ ਲੈ ਲਓ ਕਿਲਾ ਵੇਖੀ ਜੋ ਜਿਵੇਂ ਹੋਊਗੀ ਹਾਂਜੀ। ਤੇ ਫਿਰ ਪਾਤਸ਼ਾਹ ਜੀ ਨੇ ਇਸ ਨੂੰ ਵੇਖਣਾ ਚਾਹਿਆ ਵੀ ਚਲੋ ਸਾਡੀ ਦਾਤ ਲੈ ਕੇ ਕੀ ਕਹਿੰਦਾ ਅੱਗੋਂ ਜਵਾਬ ਦਿੰਦਾ ਕੋਈ ਪਰ ਕੋਈ ਜਵਾਬ ਨਾ ਦਿੱਤਾ ਲੈ ਕੇ ਕਹਿੰਦੀ ਉਹ ਢਾਲ ਤੇ ਖੰਡਾ ਆਪਣੇ ਘੋੜੇ ਤੇ ਚੜ ਗਿਆ ਹੈ ਤੇ ਪਾਤਸ਼ਾਹ ਕਹਿੰਦੇ ਜਾ ਓਏ ਕਪੂਰਿਆ ਤੂੰ ਤੁਰਕਾਂ ਦਾ ਕਤੂਰਾ ਹੀ ਰਿਹਾ। ਚਿਤ ਕੀ ਕਾਇਰ ਬਪੂਰਾ ਕਰਨ ਜੰਗ ਕੋ ਪਿਓ ਨਾ ਸੂਰਾ। ਤੇਰਾ ਤਾਂ ਚਿੱਤ ਗਿੱਦੜਾਂ ਵਰਗਾ ਭਾਵ ਤੂੰ ਤਾਂ ਬੜਾ ਡਰੋਕਲ ਹੈ ਕਾਇਰ ਹੈ
ਤੂੰ ਨਹੀਂ ਜੰਗ ਕਰ ਸਕਦਾ ਕਿਸੇ ਨਾਲ। ਗੁਰ ਤੇ ਬੇਮੁਖ ਨੈ ਸੁਖ ਮੂਰਾ ਮਰੇ ਹੂਰ ਥਰ ਜੈਸਰ ਰੂਰਾ। ਔਰ ਗੁਰੂ ਤੋਂ ਬੇਮੁਖ ਹੋ ਕੇ ਸਾਨੂੰ ਕਿਵੇਂ ਸੁਖ ਮਿਲ ਸਕਦੇ ਹਨ? ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਸੁਖ ਨ ਪਾਵੇ। ਭਾਈ ਮਹਾਂ ਸਿੰਘ ਹੋਰੀ ਗੁਰੂ ਸਾਹਿਬ ਤੋਂ ਵਿਛੜ ਕੇ ਫਿਰ ਉਸ ਬੇਦਾਵੇ ਨੂੰ ਖਤਮ ਕਰਾਉਣ ਵਾਸਤੇ ਪਿੱਛੇ ਜਾ ਕੇ ਮੁਕਤਸਰ ਦਾ ਜੰਗ ਲੜਦੇ ਨੇ। ਤੇ ਗੁਰੂ ਪਿਆਰਿਓ ਫਿਰ ਵੀ ਉਹਨਾਂ ਚਿਰ ਇਹਨਾਂ ਦੇ ਮਨ ਨੂੰ ਸ਼ਾਂਤੀ ਨਹੀਂ ਆਈ ਜਿੰਨਾ ਚਿਰ ਗੁਰੂ ਸਾਹਿਬ ਨੇ ਉਹ ਬੇਦਾਵਾ ਪਾੜ ਕੇ ਇਹਨਾਂ ਨੂੰ ਗੁਰੂ ਪਿਆਰਿਓ ਆਪਣੇ ਨਾਲ ਮਿਲਾਉਣ ਦਾ ਬਚਨ ਨਹੀਂ ਕੀਤਾ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਨਾਏ। ਕਹੈ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ। ਤਾਂ ਇਸ ਕਰਕੇ ਕਹਿੰਦੇ ਜਦੋਂ ਇਹ ਚਲਿਆ ਗਿਆ ਹੈ ਗੁਰੂ ਤੋਂ ਬੇਮੁਖ ਹੈ ਤੇ ਬੇਮੁਖ ਨੂੰ ਕਿਵੇਂ ਸੁੱਖ ਮਿਲ ਸਕਦਾ ਹੈ? ਮਰੇ ਹੂਰ ਵਰ ਜੈ ਜਸਰੂਰਾ। ਉਹ ਮਾਰੇ ਜਾਣ ਤੇ ਸੋਹਣੀਆਂ ਹੂਰਾਂ ਵਰਦੇ ਹਨ। ਭਾਵ ਜਿਹੜੇ ਸ਼ਹੀਦ ਹਨ, ਜਿਹੜੇ ਜੰਗ ਦੇ ਵਿੱਚ ਅੱਗੇ ਹੋ ਕੇ ਲੜਦੇ ਆ, ਮਰਨ ਤੋਂ ਡਰਦੇ ਨਹੀਂ ਪਰ ਲੜਦੇ ਆ, ਉਹ ਕਹਿੰਦੇ ਮਰਨ ਤੋਂ ਬਾਅਦ ਵੀ ਕਹਿੰਦੇ ਹੂਰਾਂ ਨੂੰ ਪ੍ਰਾਪਤ ਕਰਦੇ ਹਨ। ਜਿੱਤ ਜਾਣ ਤੇ ਸੰਸਾਰ ਦੇ ਵਿੱਚ ਉਹਨਾਂ ਨੂੰ ਜਸ ਪ੍ਰਾਪਤ ਹੁੰਦਾ ਹੈ। ਜਿਸ ਤਰ੍ਹਾਂ ਪਾਂਡਵ ਅਰਜਨ ਜਦ ਹਥਿਆਰ ਸਿੱਟ ਕੇ ਬਹਿ ਗਿਆ ਤੇ ਕ੍ਰਿਸ਼ਨ ਜੀ ਕਹਿਣ ਲੱਗੇ ਤੂੰ ਕਿਉਂ ਨਹੀਂ ਲੜਦਾ? ਕਹਿੰਦਾ ਲੜਾ ਕਿਹਦੇ ਨਾਲ? ਸਾਰੇ ਰਿਸ਼ਤੇਦਾਰ ਹੈ, ਕੋਈ ਮਾਮੇ ਦੇ ਪੁੱਤ ਹੈ, ਕੋਈ ਚਾਚੀਆਂ ਦੇ ਪੁੱਤ ਹੈ, ਦੁਰਯੋਧਨ ਵਰਗੇ, ਕਿਹਨੂੰ ਮਾਰਾਂ ਹੁਣ ਮੈਂ? ਕਹਿਣ ਲੱਗੇ ਤੂੰ ਚੰਗੀ ਸੋਚਿਆ ਵੀ ਜੰਗ ਕਰਨਾ ਚੰਗਾ ਨਹੀਂ ਹੈ, ਪਰ ਤੂੰ ਛੱਡ ਕੇ ਭੱਜ ਜਾਵੇਂਗਾ ਤੇ ਦੁਨੀਆ ਤੈਨੂੰ ਯੋਧਾ ਨਹੀਂ ਕਹੋਗੀ, ਤੈਨੂੰ ਕਹਿਣਗੇ ਕਾਇਰ ਸੀ ਜੰਗ ਦੇ ਮੈਦਾਨ ਚੋਂ ਭੱਜ ਗਿਆ। ਕਹੋ ਸਤਨਾਮ। ਜੇ ਤੂੰ ਇੱਥੇ ਲੜ ਕੇ ਮਰੇਗਾ ਤੂੰ ਸ਼ਹੀਦਾਂ ਵਿੱਚ ਗਿਣਿਆ ਜਾਵੇਂਗਾ ਤੇ ਜੇ ਤੂੰ ਜੰਗ ਜਿੱਤ ਗਿਆ ਤੇ ਦੁਨੀਆ ਤੈਨੂੰ ਜਸ ਕਰੇਗੀ। ਇਸੇ ਤਰ੍ਹਾਂ ਪਾਤਸ਼ਾਹ ਜੀ ਗੱਲ ਕਰਦੇ ਹੈ ਕਿ ਸ਼ਾਇਦ ਕੋਟ ਕਪੂਰੇ ਦੇ ਇਸ ਕਪੂਰੇ ਨੂੰ ਖੰਡਾ ਦੇ ਢਾਲ ਤਾਈਓ ਦਿੱਤਾ ਹੋਵੇ ਬਈ ਤੂੰ ਸਾਡੇ ਨਾਲ ਰਲ ਜਾ ਤੇ ਅਸੀਂ ਜੰਗ ਕਰਾਂਗੇ ਦੁਸ਼ਟਾਂ ਨਾਲ ਤੇ ਫਿਰ ਤੇਰਾ ਭਲਾ ਹੋ ਜਾਵੇਗਾ। ਪਰ ਉਹ ਖੰਡਾ ਦੇ ਢਾਲ ਲੈ ਕੇ ਵੀ ਤੁਰ ਗਿਆ। ਜਾਂਦੇ ਜਾਂਦੇ ਫਿਰ ਵੀ ਕੋਈ ਟੱਜ ਦਾ ਬਚਨ ਨਾ ਕਰਕੇ ਗਿਆ। ਪਾਤਸ਼ਾਹ ਕਹਿੰਦੇ ਜਾ ਓਏ ਕਪੂਰਿਆ ਤੁਰਕਨ ਹੀ ਕੋ ਰਹਿਓ ਕਤੂਰਾ। ਤੂੰ ਤਾਂ ਤੁਰਕਾਂ ਦਾ ਹੀ ਰਿਹਾ, ਸਾਡਾ ਨਾ ਬਣਿਆ। ਤੂੰ ਗਿੱਦੜ ਹੈ ਗਿੱਦੜ, ਤੂੰ ਜੰਗ ਦੇ ਵਿੱਚ ਸੂਰਮਾ ਕਿੱਥੇ ਬਣ ਸਕਦਾ ਹੈ? ਹੋਵੇ ਦੁਖੀ ਗੁਰ ਤੇ ਬੇਮੁਖ ਨੈ ਸੁਖ ਮੂਰਾ ਮਰੇ ਹੂਰ ਪਰ ਜੈ ਜਸਰੂਰਾ। ਗੁਰੂ ਤੋਂ ਬੇਮੁਖ ਹੋਇਆ ਨੂੰ ਕਿਤੇ ਵੀ ਸੁੱਖ ਨਹੀਂ ਮਿਲਦਾ, ਪਰ ਜੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਪਿਆਰਿਓ ਰਹਿੰਦਾ ਮਨੁੱਖ ਤਾਂ ਉਹ ਮਰਨ ਤੋਂ ਬਾਅਦ ਸਵਰਗਾਂ ਵਿੱਚ ਸੁੱਖ ਮਾਣਦਾ ਹੈ। ਜਿਉਂਦਾ ਹੋਵੇ ਤੇ ਦੁਨੀਆ ਦੇ ਸੁੱਖ ਮਿਲਦੇ ਹਨ। ਹੋਵੇ ਦੁਖੀ ਬੇਸੁਰ ਬੇਸੁਰਾ ਕਿਵੇਂ ਪ੍ਰਾਪਤ ਹੈ ਵਿਭਾਗ ਨਾ ਰੂਰਾ। ਪਰ ਤੇਰੇ ਭਾਗ ਹੀ ਮਾੜੇ ਐ, ਤੂੰ ਪਛਤਾ ਕੇ ਮਰੇਗਾ, ਦੁਖੀ ਹੋਵੇਂਗਾ। ਜਿੰਨੇ ਚਿਰ ਮਰਦਾ ਨਹੀਂ ਉਨੇ ਚਿਰ ਪਛਤਾਈ ਜਾਊਗਾ। ਹੋਵੇ ਦੁਖੀ ਬਸੂਰ ਬਸੂਰਾ ਉਹਨਾਂ ਚਿਰ ਝੂਰ ਕੇ ਮਰੀ ਜਾਏਗਾ ਤੇ ਜਦ ਮਰ ਗਿਆ ਤੇ ਫਿਰ ਭਲਾ ਨਹੀਂ ਹੋਣਾ। ਇਸ ਕਰਕੇ ਤੇਰੇ ਅਸਲ 'ਚ ਭਾਗ ਹੀ ਮਾੜੇ ਹਨ। ਦੂਜਾ ਬਚਨ ਵੀ ਨਹੀਂ ਸੰਭਾਲਿਆ ਗਿਆ। ਧੀਰਜ ਤੇ ਜਿਸ ਕੋ ਉਰ ਊਰਾ ਕਿਮ ਸ਼ਤਰਣ ਕਰ ਹੈ ਚਕਚੂਰਾ। ਜਿਸ ਦੇ ਅੰਦਰ ਲਾ ਹਿਰਦਾ ਧੀਰਜ ਤੋਂ ਊਣਾ ਹੈ, ਯੋਧਾ ਹੋਣਾ ਹੋਰ ਗੱਲ ਹੈ, ਪਰ ਸ਼ਾਸਤਰ ਨੂੰ ਚਲਾਉਣ ਤੋਂ ਪਹਿਲਾਂ ਸੋਚਣਾ, ਧੀਰਜ ਰੱਖਣਾ ਇਹ ਵੀ ਜ਼ਰੂਰੀ ਆ। ਕੋਈ ਸਤਨਾਮ। ਸ਼ਾਸਤਰ ਚੱਕਣਾ ਹਰੇਕ ਹੀ ਚੱਕ ਸਕਦਾ, ਖਰੀਦ ਸਕਦਾ, ਮੁੱਲ ਲੈ ਸਕਦਾ, ਪਰ ਸ਼ਾਸਤਰ ਨੂੰ ਸੰਭਾਲ ਕੇ ਰੱਖਣਾ ਬਹੁਤ ਔਖਾ ਹੈ। ਐਵੇਂ ਤੁਰੇ ਜਾਂ ਥੋੜ੍ਹਾ ਹੀ ਚਲਾ ਦੇਣਾ ਸ਼ਾਸਤਰ, ਉਹ ਤਾਂ ਜਦੋਂ ਨਾ ਹੀ ਸਰੇ ਤੇ ਫਿਰ ਚਲਾਉਣਾ ਹੀ ਚਲਾਉਣਾ। ਕੋਈ ਸਤਨਾਮ। ਇਸ ਕਰਕੇ ਧੀਰਜ ਹੋਣਾ ਵੀ ਯੋਧੇ ਵਾਸਤੇ ਬੜਾ ਜ਼ਰੂਰੀ ਹੈ, ਧੀਰਜਵਾਨ ਹੋਣਾ ਵੀ ਜ਼ਰੂਰੀ ਹੈ। ਤੁਸੀਂ ਵੇਖੋ ਕਿ ਸਤਿਗੁਰਾਂ ਨੇ 14 ਜੰਗਾਂ ਲੜੀਆਂ ਪਰ ਕਦੇ ਵੀ ਪਹਿਲਾ ਹਮਲਾ ਨਹੀਂ ਕੀਤਾ। ਪਹਿਲਾਂ ਤੁਰਕਾਂ ਨੇ ਹਮਲਾ ਕੀਤਾ, ਪਹਾੜੀਆਂ ਨੇ ਹਮਲਾ ਕੀਤਾ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਗਰੋਂ ਰੋਕਣ ਵਾਸਤੇ ਫਿਰ ਸ਼ਸਤਰ ਚੱਕੇ ਤੇ ਸਿੰਘਾਂ ਨੂੰ ਚੁਕਾਏ। ਖੈਰ ਪਾਤਸ਼ਾਹ ਕਹਿ ਰਹੇ ਹਨ ਕਿ ਤੂੰ ਪਛਤਾ ਕੇ ਮਰੇਗਾ, ਤੇਰੇ ਭਾਗ ਹੀ ਛੋਟੇ ਹਨ। ਸਿੰਘਨ ਸਨ ਗੁਰ ਭਾਖਤ ਬਾਤ ਸੁਣਿਆ ਕਛੂ ਬਚ ਸੁਣਿਓ ਨਾ ਜਾਤ। ਜਿਨ੍ਹਾਂ ਦੇ ਧੀਰਜ ਹਿਰਦੇ ਵਿੱਚ ਨਹੀਂ ਹੈਗਾ ਉਹ ਕਿਵੇਂ ਸ਼ਤਰੂ ਨੂੰ ਚੂਰਾ ਕਰ ਸਕਦੇ ਹਨ, ਚਕਨਾ ਚੂਰ ਕਰ ਸਕਦੇ ਹਨ। ਗੁਰੂ ਜੀ ਇਹ ਗੱਲਾਂ ਸਿੰਘਾਂ ਨੂੰ ਕਹਿ ਰਿਹਾ। ਕਪੂਰਾ ਤੁਰ ਗਿਆ, ਕਪੂਰੇ ਨੇ ਜਾਂਦੇ ਜਾਂਦੇ ਕੁਝ ਗੱਲਾਂ ਸੁਣ ਲਈਆਂ। ਇੰਨੀ ਕਿ ਤਾਂ ਸੁਣੀ ਗਈ ਹੋਣੀ ਨਾ, ਜਾ ਓਏ ਕਪੂਰਿਆ ਤੂੰ ਤਾਂ ਤੁਰਕਾਂ ਦਾ ਕਤੂਰਾ ਰਿਹਾ,
ਉਹਨਾਂ ਦੇ ਕੁੱਤਾ ਰਿਹਾ ਭਾਵ ਉਹਨਾਂ ਦੀ ਪੈਰਵਾਈ ਕਰਦਾ ਉਹਨਾਂ ਵਾਸਤੇ ਤਾਂ ਤੂੰ ਇਮਾਨਦਾਰ ਹੈ, ਪਰ ਸਾਡੇ ਨਾਲ ਤੂੰ ਗੱਲ ਨਾ ਕੀਤੀ ਦੁਬਾਰਾ। ਕੋ ਸਤਨਾਮ ਵਾਹਿਗੁਰੂ। ਮਿਲਿਆ ਵੀ ਅੱਜ ਫੇਰ ਵੀ ਲਾਹਾ ਨਾ ਖੱਟਿਆ, ਭਾਗੀ ਮਾੜੇ ਆ। ਸਿੰਘਾਂ ਨੂੰ ਇਹ ਪਾਤਸ਼ਾਹ ਗੱਲਾਂ ਕਹਿ ਰਹੇ ਸੀ, ਕੁਝ ਬਚਨ ਜਾਂਦੇ ਜਾਂਦੇ ਕਪੂਰੇ ਨੇ ਵੀ ਸੁਣ ਲਏ ਜੀ। ਇਤਨੇ ਮੈਂ ਸੋ ਦੇਖ ਸਿੱਖ ਲਿਆਇਓ, ਪ੍ਰਭ ਜੀ ਗਰ ਲਸ਼ਕਰ ਚੱਕ ਜਾਇਓ। ਔਰ ਇਤਨੇ ਇੱਕ ਗੁਰੂ ਪਿਆਰਿਓ ਮਨੁੱਖ ਆਇਆ, गुरु का सिख है, गुरु का प्यारा है। उसने दसिया आके महाराज वजीदा लश्कर इकट्ठा करी जांदा है। और सिरंद ते खान वजीदा चढ़ चल परयो सो लखो रसीदा। और महाराज इंतजाम कर लो, आया ही जानो 2-3 दिना च। काल के परसों लग चलिया वै, रावण को पकड़न ललचावै। ਅੱਜ ਸਵੇਰ ਕੱਲ ਜਾਂ ਪਰਸੋਂ ਉਸਨੇ ਆ ਕੇ ਤੁਹਾਨੂੰ ਫੜਨਾ ਹੈ। ਮਹਾਰਾਜ ਮੈਂ ਸੋਚਿਆ ਦੱਸ ਦੇਵਾਂ। ਸੁਣ ਸ੍ਰੀ ਪ੍ਰਭ ਅਸਵਾਰ ਚੜਾਇਓ, ਜਾਓ ਕਪੂਰੇ ਦਿਓ ਸੁਨਾਇਓ। ਤੇ ਪਾਤਸ਼ਾਹ ਨੇ ਆਪਣਾ ਘੋੜ ਸਵਾਰ ਭੇਜਿਆ, ਕਹਿੰਦੇ ਜਾਓ ਕਪੂਰੇ ਨੂੰ ਦੱਸ ਕੇ ਆਓ। ਸੰਗ ਮੁਰਖੇ ਦਿਓ ਸੂਰ, ਲਖੇ ਦੇਸ਼ ਨੇਰੇ ਕੈ ਦੂਰ। ਔਰ ਕਪੂਰੇ ਨੂੰ ਕਹੋ ਕਿ ਸਾਨੂੰ ਬੰਦੇ ਭੇਜੇ 2 ਘੋੜ ਸਵਾਰ, ਸਾਨੂੰ ਰਸਤਾ ਦੱਸੇ। ਤੁਰਕਨ ਸਨ ਪੁਨਰਨ ਕਮਸਾਨਾ, ਹਮਰੋ ਪਰੇ ਕਰਾ ਬਿਨ ਪ੍ਰਾਨਾ। ਔਰ ਸਾਡਾ ਤੁਰਕਾਂ ਦੇ ਨਾਲ ਜੰਗ ਹੋਣਾ ਹੈ, ਅਸੀਂ ਉਹਨਾਂ ਨੂੰ ਮਾਰਨਾ ਹੈ, ਇਸ ਕਰਕੇ 2 ਬੰਦੇ ਭੇਜ। ਸੁਨ ਸੂਰ ਹੈ ਗਿਓ ਬਦਵਾਈ, ਮਿਲਿਓ ਜਾਏ ਕਰ ਚੜ ਕਿਸ ਥਾਈ। ਔਰ ਘੋੜ ਸਵਾਰ ਉੱਥੇ ਪਹੁੰਚਿਆ ਜਿੱਥੇ ਇਹਨੂੰ ਕਪੂਰਾ ਟੱਕਰਿਆ। ਗੁਰ ਕੀ ਕਹਿਵਤ ਸਕਲ ਸੁਨਾਈ, ਦਿਓ ਮੁਰਖੇ ਹੈ ਅਵਗਾਈ। ਮੁਰਖੇ ਭਾਵ ਮੂਹਰੇ ਚੱਲੇ, ਸਾਨੂੰ ਰਸਤਾ ਦੱਸੇ ਜਿੱਥੇ ਸਾਡੀ ਲੜਾਈ ਦਾ ਵਧੀਆ ਮੈਦਾਨ ਬਣ ਜਾਵੇ ਤੇ ਅਸੀਂ ਜਿੱਤ ਜਾਈਏ। ਤੂੰ ਇਸ ਇਲਾਕੇ ਦਾ ਰਹਿਣ ਵਾਲਾ ਹੈ, ਇਸ ਇਲਾਕੇ ਦਾ ਮਾਲਕ ਹੈ, ਸਾਨੂੰ ਕੋਈ ਜਾਣਕਾਰ ਬੰਦਾ ਦੇ ਰਸਤੇ ਦਾ। ਕਰੇ ਹੋਏ ਅਵਲੋਕਿਓ ਖਾਨਾ, ਤਬੇ ਕਪੂਰੇ ਬਾਗ ਬਖਾਨਾ। ਕਹਿਣ ਲੱਗੇ ਜਿਸ ਵੇਲੇ ਗੁਰੂ ਪਿਆਰਿਓ ਸਿੱਖ ਨੇ ਜਾ ਕੇ ਗੱਲ ਕਹੀ ਘੋੜ ਸਵਾਰ ਨੇ, ਤੇ ਕਪੂਰੀ ਨੇ ਖੜੇ ਹੋ ਕੇ ਆਪਣੇ ਖਾਨਾ ਨਾਮ ਦੇ ਦਾਸ ਨੂੰ ਕਿਹਾ, ਖਾਨਾ ਇਹਦਾ ਇੱਕ ਨੌਕਰ ਹੈ ਕੋਈ, ਉਹ ਖਾਨੇ ਨੂੰ ਬੁਲਾਇਆ ਜੀ। ਚਾਹੇ ਗੁਰੂ ਸੰਗ ਰਹੋ ਅਗਾਰੀ, ਲੈ ਗਮਨੋ ਸੰਗ ਜਾਹ ਸੁਬਾਰੀ। ਆਏ ਕਰ ਖਾਨਿਆ, ਤੂੰ ਜਾ ਗੁਰੂ ਸਾਹਿਬ ਦੇ ਨਾਲ ਅੱਗੇ ਅੱਗੇ ਲੱਗ ਜਾ, ਇਹਨਾਂ ਦੀ ਫੌਜ ਨੂੰ ਉੱਥੇ ਲੈ ਜਾ ਜਿੱਥੇ ਬਾਰੀ ਭਾਵ ਪਾਣੀ ਹੈ। ਤੇ ਕਿਹੜਾ ਪਾਣੀ? ਖਿਦਰਾਣੇ ਦੀ ਢਾਬ ਮੁਕਤਸਰ ਸਾਹਿਬ ਦਾ ਜੰਗ ਆ ਜਿਹੜਾ। ਉਹ ਕਹਿੰਦਾ ਇਹਨਾਂ ਨੂੰ ਉੱਥੇ ਲੈ ਜਾ ਜਿੱਥੇ ਪਾਣੀ ਹੈ। ਤੁਰਕਨ ਸੰਗ ਜੇ ਹੋਏ ਪਟ ਭੇਰਾ, ਲੜੋ ਨਾ ਟਰੋ ਆਪ ਤਿਸ ਬੇਰਾ। ਤੇ ਜੇ ਖਾਨਾ ਉੱਥੇ ਤੁਰਕਾਂ ਨਾਲ ਜੰਗ ਹੋ ਜਾਵੇ ਤੂੰ ਮੁੜ ਕੇ ਨਾ ਆਈ, ਤੂੰ ਉੱਥੇ ਜੰਗ 'ਚ ਹੀ ਰਹੇ। ਜੁਤ ਹੈ ਕਰ ਆਪ ਬਚਾਵੋ, ਬਸ ਲਾਗਤ ਗੁਰ ਪੀ ਨਾਲ ਰਾਵੋ। ਜੇ ਸਮਾਂ ਬਣੇ ਉਹਨਾਂ ਤੋਂ ਬਚਿਆ ਜਾ ਸਕੇ ਤੁਰਕਾਂ ਤੋਂ, ਤਾਂ ਕੋਸ਼ਿਸ਼ ਕਰੀ ਗੁਰੂ ਸਾਹਿਬ ਨੂੰ ਕਹਿ ਦੀ ਵੀ ਨਾ ਲੜੀਏ, ਆਪਾਂ ਪਾਸਾ ਟੱਲੀਏ। ਤਾਂ ਇਹ ਖਾਨਾ ਜਾ ਕੇ ਗੁਰੂ ਸਾਹਿਬ ਦੀ ਅਗਵਾਈ ਕਰਦਾ ਹੈ। ਅਗਲੇ ਵਿਚਾਰ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਿਚਾਰਾਂ ਇੱਥੇ ਰੋਕਦੇ ਹਾਂ, ਬੋਲਦੇ ਹਾਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्व पंचन गुणतास। हे संगी हे निरंकार हे निर्गुण सब टेक, हे गोविंद हे गुण निदान, जाके सदा विवेक। हे अपरंपर हर हरे हो बनहार, हे संत कै सदा संग, आधार। हे ठाकुर हूँ दासरो, गुण गुण नहीं कोई, नानक दीजै नाम दान। आए प्रभ शरनागति, कृपा निध दयाल। एक अखर हर मन बसत, होत निहाल। एक ओंकार सतगुरु, प्रसाद सच होए। वाहिगुरु जी की फतेह है, विनाशन सोए। वाहिगुरु जी की फतेह है, विनाशन सोए। वाहिगुरु जी का खालसा, वाहिगुरु जी की फतेह। बहुत